ਤਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਤਰੀਏ ਗੁਰ ਵਿਚਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਤੁਮ ਹਰ ਸੇਤੀ ਰਾਤੇ ਸੰਤੋਹ, ਨਿਬਾਹ ਲੇਹ ਮੋਹ ਕੋ ਪੁਰਖ ਵਿਧਾਤੇ। ਓੜ ਪਹੁੰਚਾਵੋ ਦਾਤੇ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ। ਰਸਨਾ ਦੀ ਪਵਿੱਤਰਤਾ ਵਾਸਤੇ ਸਾਹਿਬੇ ਕਮਾਲ ਸਰਬੰਸ ਦਾਨੀ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਪ੍ਰਵਾਨ ਕਰੋ। ਸਮੂਹ ਸੰਗਤਾਂ ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਆਪ ਸੰਗਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ, ਸਤ ਸੰਗਤ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਬਣਾ ਰਹੇ ਹੋ। ਤਰੀਏ ਗੁਰ ਵਿਚਾਰ ਦੇ ਮਹਾਨ ਉਦਮ ਅਤੇ ਉਪਰਾਲੇ ਦੇ ਸਦਕਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਗੁਰ ਸ਼ਬਦ ਲੜੀਵਾਰ ਵਿਚਾਰ ਕਥਾ ਆਪ ਸੰਗਤਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਆ ਰਹੇ ਹੋ। ਆਓ ਹੁਣ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਆਰਾ ਗੌੜੀ ਰਾਗ ਦੇ ਅੰਦਰ ਜੋ ਲੜੀਵਾਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਸ਼ਬਦ ਦੁਆਰਾ ਸਾਨੂੰ ਸਾਰਿਆਂ ਨੂੰ ਉਪਦੇਸ਼ ਸਿੱਖਿਆ ਬਖਸ਼ਿਸ਼ ਕਰ ਰਹੇ ਹਨ।
ਆਪ ਸਮੂਹ ਸੰਗਤਾਂ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰਤਾ ਦੇ ਨਾਲ, ਮਨ ਦੇ ਟਿਕਾਓ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਧਿਆਨ ਧਾਰ ਕੇ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਤੁਮ ਹਰ ਸੇਤੀ ਰਾਤੇ ਸੰਤੋਹ। ਗੌੜੀ ਰਾਗ ਹੈ, ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਥ, ਸ਼ਾਂਤੀ ਕੇ ਮੁਜੱਸਮੇ, ਮਹਾਨ ਪਰਉਪਕਾਰੀ, ਤਤੀਆਂ ਤਵੀਆਂ ਦੇ ਉੱਪਰ ਬੈਠ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਮੰਨਣ ਵਾਲੇ ਤੇਰਾ ਕੀਆ ਮੀਠਾ ਲਾਗੈ। ਹਰ ਨਾਮ ਪਦਾਰਥ ਨਾਨਕ ਮੰਗੈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਐਸੇ ਸਤਿਗੁਰੂ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਕਰਨ ਵਾਸਤੇ ਉਪਦੇਸ਼ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਸਾਧ ਸੰਗਤ ਜੀ, ਇਸ ਪਾਵਨ ਸ਼ਬਦ ਦੀ ਉਥਾਨਕਾ ਇਸ ਪ੍ਰਕਾਰ ਹੈ। ਜਿਸ ਸਮੇਂ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਪਾਵਨ ਸੁੰਦਰ ਦੀਵਾਨ ਸਜਾਇਆ ਹੋਇਆ ਸੀ, ਕੁਝ ਕੁ ਗੁਰੂ ਕੇ ਸਿੱਖਾਂ ਨੇ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਸੰਸਾਰੀ ਜੀਵ ਹਾਂ, ਕਲਯੁਗੀ ਜੀਵ ਹਾਂ, ਸੰਸਾਰ ਦੇ ਪਦਾਰਥਾਂ ਦੇ ਨਾਲ ਸਾਡਾ ਪਿਆਰ ਹੈ, ਸੰਸਾਰ ਦੇ ਲੋਕਾਂ ਦੇ ਨਾਲ, ਸੰਸਾਰ ਦੇ ਰਿਸ਼ਤੇਦਾਰਾਂ ਦੇ ਨਾਲ ਸਾਡਾ ਮਹਾਰਾਜ ਪ੍ਰੇਮ ਹੈ, ਤੇ ਆਪ ਕਿਰਪਾ ਕਰੋ, ਸਾਨੂੰ ਉਪਦੇਸ਼ ਦੇਵੋ, ਸਿੱਖਿਆ ਦੇਵੋ ਵੀ ਜਿਸ ਕਰਕੇ ਸਾਡਾ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਵੇ। ਭਾਵ ਕਿ ਅਸੀਂ ਇਸ ਸੰਸਾਰ ਤੋਂ ਕਿਵੇਂ ਤਰ ਸਕਦੇ ਹਾਂ। ਮਹਾਰਾਜ ਸਾਡੇ ਸੰਸਾਰੀ ਲੋਕਾਂ ਦਾ ਸੰਸਾਰ ਤੋਂ ਕਿਵੇਂ ਉਧਾਰ ਹੋਵੇਗਾ। ਤਾਂ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਸ਼ਬਦ ਉਚਾਰਨ ਕੀਤੇ, ਜਿਸ ਦੇ ਅੰਦਰ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੱਸਦੇ ਹਨ ਕਿ ਗੁਰਸਿੱਖੋ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਸੰਤ ਜਨ ਨੇ, ਜਿਹੜੇ ਸਵਾਸ ਸਵਾਸ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ, ਉਹਨਾਂ ਦੀ ਸੇਵਾ ਕਰਕੇ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕਰਕੇ, ਗੁਰੂ ਦੀ ਸ਼ਰਨ ਦੇ ਵਿੱਚ ਰਹਿ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਵੋ। ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ 209 ਅੰਗ ਦੇ ਉੱਪਰ ਉਚਾਰਨ ਕਰਦੇ ਹਨ, ਤੁਮ ਹਰ ਸੇਤੀ ਰਾਤੇ ਸੰਤੋਹ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਭਾਈ ਇਸ ਤਰ੍ਹਾਂ ਬੇਨਤੀ ਕਰੋ, ਹੇ ਵਾਹਿਗੁਰੂ ਜੀ, ਜਿਹੜੇ ਤੁਹਾਡੇ ਸੰਤ ਜਨ ਨੇ ਉਹ ਆਪ ਜੀ ਦੇ ਨਾਮ ਦੇ ਨਾਲ ਰਤੇ ਹੋਏ ਨੇ। ਤੇ ਸਾਧ ਸੰਗਤ ਜੀ, ਇਹ ਜਿਹੜਾ ਸੰਤੋਹ ਸ਼ਬਦ ਹੈ ਬਹੁਵਾਚਕ ਸ਼ਬਦ ਹੈ। ਸੰਤ ਸ਼ਬਦ ਜਿਹੜਾ ਹੁੰਦਾ ਉਹ ਇੱਕ ਵਾਚਕ ਹੁੰਦਾ, ਸੰਤੋਹ ਸ਼ਬਦ ਜਿਹੜਾ ਹੁੰਦਾ ਉਹ ਬਹੁਵਾਚਕ ਵਚਨ ਹੁੰਦਾ ਹੈ। ਜਿਵੇਂ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਕੀ ਵਡਾਲੀ ਤੋਂ ਹੁੰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸਨ ਤੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਆਪਣੇ ਪਰਿਵਾਰ ਦੇ ਸਮੇਤ। ਤੇ ਸੰਗਤਾਂ ਨੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਤੁਸੀਂ ਵਡਾਲੀ ਨਗਰ ਦੇ ਵਿੱਚ ਠੀਕ ਠਾਕ ਰਹੇ ਹੋ, ਇੱਥੇ ਆਉਣ ਦੇ ਵਿੱਚ ਆਪ ਜੀ ਨੂੰ ਕੋਈ ਤਕਲੀਫ ਤਾਂ ਨਹੀਂ ਹੋਈ?
ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਮੇਂ ਸ਼ਬਦ ਉਚਾਰਨ ਕੀਤਾ, ਉਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਸੰਤੋ RAM ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕ੍ਰਿਤ ਕਰੀਐ। ਉੱਥੇ ਗੁਰੂ ਕੀ ਜਿੰਨੀ ਵੀ ਸਾਧ ਸੰਗਤ ਸੀ, ਸਾਰੀ ਸੰਗਤ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਤੋਹ ਸ਼ਬਦ ਦੇ ਨਾਲ ਸੰਬੋਧਨ ਕੀਤਾ। ਭਾਵ ਕਿ ਹੇ ਸੰਤ ਜਨੋ, ਪਰਮੇਸ਼ਰ ਦੇ RAM ਦੇ ਜਿਹੜਾ ਉਹਦਾ ਨਾਮ ਹੈ, ਪਰਮੇਸ਼ਰ ਦਾ ਨਾਮ, ਉਹਦੇ ਨਾਮ ਨੂੰ ਜਪ ਕਰਕੇ ਇਸ ਨਿਸ ਪ੍ਰਪੰਚ ਸੰਸਾਰ ਸਮੁੰਦਰ ਤੋਂ ਤਰੀਦਾ ਆ। ਫਿਰ ਉਹਦੇ ਨਾਮ ਨੂੰ ਜਪਣਾ ਕਿਵੇਂ ਹੈ? ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਉਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕ੍ਰਿਤ ਕਰੀਐ। ਉੱਠਦਿਆਂ ਵੀ ਵਾਹਿਗੁਰੂ ਕਹਿਣਾ, ਬੈਠਦਿਆਂ ਵੀ ਵਾਹਿਗੁਰੂ ਕਹਿਣਾ। ਇਸ ਤਰ੍ਹਾਂ ਸਾਧ ਸੰਗਤ ਜੀ ਛਕਣ ਵੇਲੇ ਵੀ ਵਾਹਿਗੁਰੂ ਕਹਿਣਾ। ਮਾਰਗ ਚਲਤ ਹਰੇ ਹਰ ਗਾਈਐ। ਮਹਾਰਾਜ ਨੇ ਇੱਥੋਂ ਤੱਕ ਵੀ ਬਚਨ ਕਿਹਾ ਵੀ ਰਸਤੇ ਵਿੱਚ ਜੇ ਅਸੀਂ ਤੁਰੇ ਜਾ ਰਹੇ ਹਾਂ ਜਾਂ ਆ ਰਹੇ ਹਾਂ, ਰਸਤੇ ਵਿੱਚ ਤੁਰੇ ਜਾ ਰਹੇ ਹਾਂ ਨਾ, ਰਸਤੇ ਵਿੱਚ ਜਾਂਦਿਆਂ ਹੋਇਆਂ ਵੀ ਉਸ ਵਾਹਿਗੁਰੂ ਪਰਮਾਤਮਾ ਦਾ ਹੀ ਸਿਮਰਨ ਕਰਨਾ ਹੈ। ਅਨ ਦਿਨ ਸੁਕ੍ਰਿਤ ਕਰੀਏ। ਅਨ ਨਾਮ ਹੁੰਦਾ ਰਾਤ ਦਾ, ਦਿਨ ਨਾਮ ਹੁੰਦਾ ਦਿਨ ਦਾ, ਸੁਕ੍ਰਿਤ ਨਾਮ ਹੁੰਦਾ ਸ੍ਰੇਸ਼ਟ ਕਰਮਾਂ ਦਾ। ਮਹਾਰਾਜ ਕਹਿੰਦੇ ਭਾਈ ਦਿਨ ਰਾਤ ਚੰਗੇ ਸ੍ਰੇਸ਼ਟ ਕਰਮ ਕਮਾਉਣੇ ਨੇ, ਤੇ ਉੱਠਦਿਆਂ ਬੈਠਦਿਆਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਫਿਰ ਇਹ ਸੰਸਾਰ ਸਮੁੰਦਰ ਤੋਂ ਉਧਾਰ ਹੋ ਜਾਵੇਗਾ। ਸੋ ਇੱਥੇ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਜਿਹੜੇ ਬਹੁਵਾਚਕ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਵਰਤਿਆ, ਸੰਤੋਹ, ਵੀ ਜਿਹੜੇ ਪਰਮੇਸ਼ਰ ਦੇ ਸੰਤ ਜਨ ਨੇ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਸਵਾਸ ਸਵਾਸ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਤੇ ਸਾਧ ਸੰਗਤ ਜੀ ਇੱਥੇ ਬੇਨਤੀ ਕਰ ਦਵਾਂ, ਕਈਆਂ ਦਾ ਇਹ ਵੀ ਮੰਨਣਾ ਵੀ ਸੰਤ ਹੁੰਦੇ ਹੀ ਨਹੀਂਗੇ। ਜਥਾ ਪ੍ਰਕਰਣੰ ਤਥਾ ਅਰਥੰ, ਜਿਹੋ ਜਿਹਾ ਕੋਈ ਸਾਧ ਸੰਗਤ ਜੀ ਪ੍ਰਕਰਨ ਚੱਲ ਰਿਹਾ, ਉੱਥੇ ਉਹੋ ਜਿਹਾ ਉਸ ਪ੍ਰਕਰਨ ਅਨੁਸਾਰ ਹੀ ਅਰਥ ਲੱਗਣਾ ਆ। ਤੇ ਜਿੱਥੇ ਗੁਰੂ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਸੰਤ ਗੁਰੂ ਸਾਹਿਬ ਨੂੰ ਕਿਹਾ, ਉੱਥੇ ਗੁਰੂ ਸਾਹਿਬ ਵਾਸਤੇ ਹੈ। ਜਿੱਥੇ ਸਾਰੀ ਸੰਗਤ ਨੂੰ ਸੰਬੋਧਨ ਕੀਤਾ, ਉੱਥੇ ਗੁਰੂ ਮਹਾਰਾਜ ਜੀ ਨੇ ਸੰਤੋਹ ਸ਼ਬਦ ਕਥਨ ਕੀਤਾ ਆ। ਜਿੱਥੇ ਇੱਕ ਨੂੰ ਕਿਹਾ ਹੈ, ਉੱਥੇ ਸੰਤ ਜਨ ਕਹਿ ਦਿੱਤਾ ਹੈ। ਸੋ ਇਸੇ ਤਰ੍ਹਾਂ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਸੰਤ ਜਨ ਨੇ, ਹਰੀ ਵਾਹਿਗੁਰੂ ਦੇ ਨਾਮ ਰੰਗ ਦੇ ਵਿੱਚ ਰੰਗੇ ਹੋਏ ਨੇ, ਉਹਨਾਂ ਦੇ ਅੱਗੇ ਬੇਨਤੀ ਕਰਨੀ। ਕੀ ਬੇਨਤੀ ਕਰਨੀ ਹੈ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਅਗਲੀ ਪੰਕਤੀ ਦੇ ਅੰਦਰ ਫਰਮਾਉਂਦੇ ਹਨ, ਨਿਬਾਹਿ ਲੇਹੁ ਮੋਕੋ ਪੁਰਖ ਵਿਧਾਤੇ, ਓੜ ਪਹੁੰਚਾਵੋ ਦਾਤੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ, ਇਹ ਬੇਨਤੀ ਕਰਨੀ, ਨਿਬਾਹਿ ਲੇਹੁ ਮੋਕੋ। ਮਹਾਰਾਜ ਇਹ ਪਰਮੇਸ਼ਰ ਦੇ ਪਿਆਰੇ ਜਾਂ ਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਨੀ, ਇਹ ਸਤਿਗੁਰੂ ਜੀ ਕਿਰਪਾ ਕਰੋ ਮੇਰੇ ਤੇ। ਨਿਬਾਹਿ ਲੇਹੁ, ਮਹਾਰਾਜ ਮੈਨੂੰ ਆਪਣੇ ਨਾਲ ਮਿਲਾ ਲੈਣਾ ਕਰੋ। ਮਹਾਰਾਜ ਮੈਨੂੰ ਆਪਣੇ ਨਾਲ ਮਿਲਾ ਲਓ, ਮੇਰੀ ਆਪ ਜੀ ਦੇ ਨਾਲ ਨਿਭ ਜਾਣਾ ਕਰੇ। ਓੜ ਪਹੁੰਚਾਵੋ ਦਾਤੇ, ਉਹ ਜਿਹੜਾ ਦਾਤਾ, ਸਾਰਿਆਂ ਨੂੰ ਦਾਤਾ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਮਹਾਰਾਜ, ਸਾਨੂੰ ਉਹਦੀ ਸ਼ਰਨ ਦੇ ਵਿੱਚ ਪਹੁੰਚਾ ਦੇਣਾ ਕਰੋ। ਰਹਾਉ, ਵਿਸਰਾਮ ਦੇ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਫਰਮਾਉਂਦੇ ਹਨ, ਤੁਮਰਾ ਮਰਮ ਤੁਮਾ ਹੀ ਜਾਣਿਆ, ਤੁਮ ਪੂਰਨ ਪੁਰਖ ਵਿਧਾਤੇ। ਬੇਨਤੀ ਕਰਨੀ, ਕੀ ਬੇਨਤੀ ਕਰਨੀ? ਹੇ ਵਾਹਿਗੁਰੂ ਜੀ, ਤੁਮਰਾ ਮਰਮ ਤੁਮਾ ਹੀ ਜਾਣੇ। ਤੁਮਰਾ ਕਹੀਏ ਕਿ ਤੁਹਾਡਾ, ਮਰਮ ਦਾ ਅਰਥ ਹੈ ਭੇਤ। ਤੁਹਾਡੇ ਮਹਾਰਾਜ ਦਿਲ ਦੀ ਗੱਲ ਤੁਸੀਂ ਆਪ ਹੀ ਜਾਣਦੇ ਹੋ। ਘਟ ਘਟ ਮਾਲਕ ਦਿਲਾ ਕਾ, ਸੱਚਾ ਪਰਵਦਗਾਰ। ਮਹਾਰਾਜ ਤੁਸੀਂ ਹਰ ਇੱਕ ਜੀਵ ਦੇ ਦਿਲ ਦੇ ਮਾਲਕ ਹੋ, ਤੇ ਹਰ ਇੱਕ ਜੀਵ ਦੇ ਦਿਲ ਦੀ ਗੱਲ ਨੂੰ ਵੀ ਜਾਣਦੇ ਹੋ। ਮਹਾਰਾਜ ਤੁਸੀਂ ਹਰ ਇੱਕ ਦੇ ਜੀਵ ਦੇ ਭੇਦ ਨੂੰ ਜਾਣਦੇ ਹੋ, ਤੇ ਤੁਹਾਡਾ ਭੇਦ ਮਹਾਰਾਜ ਕੋਈ ਨਹੀਂ ਜਾਣ ਸਕਦਾ। ਇਸ ਕਰਕੇ ਤੁਮਰਾ ਮਰਮ ਤੁਮਾ ਹੀ ਜਾਣਿਆ। ਮਹਾਰਾਜ ਤੁਹਾਡਾ ਭੇਦ ਜਿਹੜਾ ਨਾ, ਉਹ ਤੁਸੀਂ ਆਪ ਹੀ ਜਾਣਦੇ ਹੋ। ਅਸੀਂ ਕਲਯੁਗੀ ਜੀ ਮਹਾਰਾਜ ਤੁਹਾਡਾ ਭੇਦ, ਤੁਹਾਡੇ ਕੌਤਕ, ਤੁਹਾਡੇ ਰੰਗ
ਮਹਾਰਾਜ ਅਸੀਂ ਨਹੀਂ ਜਾਣ ਸਕਦੇ। ਕਿਉਂ? ਕਿਉਂਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਸ ਕਰਕੇ ਮਹਾਰਾਜ ਅਸੀਂ ਅਣਜਾਣ ਜੀਵ ਆ, ਤੁਹਾਡੇ ਭੇਦ ਨੂੰ ਨਹੀਂ ਜਾਣਦੇ। ਤੁਮ ਪੂਰਨ ਪੁਰਖ ਵਿਧਾਤੇ, ਮਹਾਰਾਜ ਤੁਸੀਂ ਪੂਰਨ ਹੋ, ਸੰਸਾਰ ਨੂੰ ਰਚਣ ਵਾਲੇ ਹੋ। ਵਿਧਾਤੇ ਦਾ ਅਰਥ ਹੁੰਦਾ ਸਾਧ ਸੰਗਤ ਜੀ ਫਲ ਵਰਦਾਤਾ। ਜਿਹੋ ਜਿਹਾ ਜੀਵ ਕੋਈ ਕਰਮ ਕਰਦਾ, ਉਸ ਜੀਵ ਦੇ ਕਰਮ ਅਨੁਸਾਰ ਉਹ ਵਾਹਿਗੁਰੂ ਪਰਮੇਸ਼ਰ ਉਹਨੂੰ ਫਲ ਦਿੰਦਾ ਆ। ਇਸ ਕਰਕੇ ਉਹਨੂੰ ਵਿਧਾਤਾ ਕਿਹਾ ਜਾਂਦਾ ਆ। ਮਹਾਰਾਜ ਤੁਸੀਂ ਪਰਿਪੂਰਨ ਹੋ, ਸੰਸਾਰ ਨੂੰ ਰਚਣ ਵਾਲੇ ਵਿਧਾਤੇ ਹੋ। ਰਾਖੋ ਹੋ ਸਰਣ ਅਨਾਥ ਦੀਨ ਕੋ, ਕਰੋ ਹਮਾਰੀ ਗਾਤੇ। ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ। ਰਾਖੋ ਸਰਣ, ਮਹਾਰਾਜ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਓ। ਅਨਾਥ ਦੀਨ ਕੋ, ਮਹਾਰਾਜ ਅਸੀਂ ਅਨਾਥ, ਅਨਾਥ ਕਿਹਨੂੰ ਕਹਿੰਦੇ ਨੇ ਸਾਧ ਸੰਗਤ ਜੀ? ਜਿਹਦਾ ਕੋਈ ਨਾ ਹੋਵੇ, ਜਿਹਨੂੰ ਕਿਸੇ ਦਾ ਸਹਾਰਾ ਨਾ ਹੋਵੇ। ਯਤੀਮ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਮਾਤਾ ਪਿਤਾ ਦਾ ਸਾਧ ਸੰਗਤ ਜੀ ਸਹਾਰਾ ਚਲਾ ਜਾਵੇ, ਸਾਕ ਸੰਬੰਧੀ ਰਿਸ਼ਤੇਦਾਰ ਸਾਰੇ ਨਾਮ ਦੇ ਹੁੰਦੇ ਨੇ। ਜਿਹੜਾ ਸਹਾਰਾ ਮਾਤਾ ਪਿਤਾ ਨੇ ਦੇਣਾ ਹੁੰਦਾ ਨਾ ਸਾਧ ਸੰਗਤ ਜੀ, ਉਹ ਰਿਸ਼ਤੇਦਾਰ ਦੇ ਕੋਲੋਂ ਨਹੀਂ ਮਿਲ ਸਕਦਾ, ਜਿੰਨਾ ਵੀ ਮਰਜ਼ੀ ਨੇੜਲਾ ਰਿਸ਼ਤਾ ਕਿਉਂ ਨਾ ਹੋਵੇ। ਪਰ ਜੋ ਮਾਤਾ ਪਿਤਾ ਨੇ ਸਹਾਰਾ ਦੇਣਾ ਉਹ ਕੋਈ ਹੋਰ ਨਹੀਂ ਦੇ ਸਕਦਾ। ਇਸ ਕਰਕੇ ਸਾਡਾ ਸਾਰਿਆਂ ਦਾ ਮਾਤਾ ਪਿਤਾ ਕੌਣ ਹੈ? ਉਹ ਅਕਾਲ ਪੁਰਖ ਵਾਹਿਗੁਰੂ ਹੈ। ਹਰ ਜੀ ਮਾਤਾ, ਹਰ ਜੀ ਪਿਤਾ। ਇਸ ਕਰਕੇ ਸਾਧ ਸੰਗਤ ਜੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਇਹੀ ਬੇਨਤੀ ਕਰਨੀ, ਮਹਾਰਾਜ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਮਹਾਰਾਜ ਤੁਸੀਂ ਹੀ ਸਾਡੇ ਮਾਤਾ ਪਿਤਾ ਰੂਪ ਹੋ, ਤੇ ਇਸ ਕਰਕੇ ਮਹਾਰਾਜ ਤੁਹਾਡੇ ਤੋਂ ਬਿਨਾਂ ਅਸੀਂ ਅਨਾਥ ਹਾਂ, ਯਤੀਮ ਹਾਂ, ਕੰਗਾਲ ਹਾਂ। ਮਹਾਰਾਜ ਕਿਰਪਾ ਕਰੋ, ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਓ। ਕਰੋ ਹਮਾਰੀ ਗਾਤੇ, ਮਹਾਰਾਜ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਕਰਕੇ ਸਾਡੀ ਮਹਾਰਾਜ ਗਾਤੇ ਕਹੀਏ ਕਿ ਕਲਿਆਣ ਕਰਨਾ ਕਰੋ, ਸਾਨੂੰ ਮੁਕਤ ਕਰ ਦੇਵੋ, ਸਾਡਾ ਉਧਾਰ ਹੋ ਜਾਵੇ। ਤਰਣ ਸਾਗਰ ਬੋਹਿਥ ਚਰਨ ਤੁਮਾਰੇ, ਤੁਮ ਜਾਨੋ ਆਪਣੀ ਭਾਤੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ, ਮਹਾਰਾਜ ਕਹਿੰਦੇ ਦੁਨੀਆ ਦੇ ਲੋਕੋ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀਆਂ ਕਰਿਆ ਕਰੋ। ਕੀ ਬੇਨਤੀ ਕਰਨੀ? ਤਰਣ ਸਾਗਰ ਬੋਹਿਥ ਚਰਨ ਤੁਮਾਰੇ। ਇਸ ਸੰਸਾਰ ਨੂੰ ਤਰਨ ਵਾਸਤੇ ਹੇ ਵਾਹਿਗੁਰੂ ਜੀ, ਆਪ ਜੀ ਦੇ ਜਿਹੜੇ ਚਰਨ ਨੇ ਉਹ ਸਾਡੇ ਵਾਸਤੇ ਜਹਾਜ਼ ਰੂਪ ਨੇ। ਗੁਰੂ ਦਾ ਜਿਹੜਾ ਨਾਮ ਹੈ ਸਾਧ ਸੰਗਤ ਜੀ, ਉਹ ਚਰਨ ਹੈ, ਉਹਨਾਂ ਨੂੰ ਚਰਨ ਕਿਹਾ ਜਾਂਦਾ ਹੈ। ਗੁਰੂ ਦਾ ਜਿਹੜਾ ਸ਼ਬਦ ਹੈ ਇਹ ਵੀ ਚਰਨ ਹਨ, ਤੇ ਸ਼ਬਦ ਦੇ ਨਾਲ ਜੁੜਨਾ, ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਇੱਕ ਬਰਾਬਰ। ਇਸੇ ਤਰ੍ਹਾਂ ਗੁਰੂ ਦੇ ਨਾਮ ਦੇ ਨਾਲ ਜੁੜ ਜਾਣਾ, ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਣਾ। ਇਸੇ ਕਰਕੇ ਸਿੱਖ ਬੇਨਤੀਆਂ ਕਰਦੇ ਨਾ, ਮਹਾਰਾਜ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਮੈਨੂੰ ਰਾਜ ਦੀ ਲੋੜ ਨਹੀਂ, ਮੈਨੂੰ ਰਾਜ ਭਾਗ ਨਹੀਂ ਚਾਹੀਦਾ, ਮੈਨੂੰ ਦੁਨੀਆ ਦੇ ਉਹਦੇ ਨਹੀਂ ਚਾਹੀਦੇ, ਤੇ ਨਾ ਹੀ ਮਹਾਰਾਜ ਮੈਨੂੰ ਮੁਕਤੀ ਚਾਹੀਦੀ। ਮੈਨੂੰ ਤਾਂ ਤੁਹਾਡਾ ਚਰਨਾਂ ਦਾ ਪਿਆਰ ਚਾਹੀਦਾ ਹੈ। ਮੈਂ ਤਾਂ ਮਹਾਰਾਜ ਤੁਹਾਡੇ ਵਿੱਚ ਅਭੇਦ ਹੋਣਾ ਚਾਹੁੰਦਾ ਹਾਂ। ਸਾਧ ਸੰਗਤ ਜੀ ਭਾਈ ਪਾਰੋ ਹੋਏ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ। ਬੜੇ ਪਿਆਰੇ ਸਿੱਖ ਸਨ ਭਾਈ ਪਾਰੋ ਜੀ, ਤੇ ਜਿਨ੍ਹਾਂ ਦਾ ਨਾਮ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਪਰਮਹੰਸ ਰੱਖਿਆ ਸੀਗਾ। ਇੰਨਾ ਪਿਆਰ, ਇੰਨਾ ਪ੍ਰੇਮ। ਤੇ ਭਾਈ ਪਾਰੋ ਜੀ ਦੀ ਜੋ ਸੇਵਾ ਸੀ, ਅਣਥੱਕ ਸੇਵਾ ਤੋਂ ਖੁਸ਼ ਹੋ ਕਰਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਨ ਦੇ ਅੰਦਰ ਇਹ ਨਿਰਣਾ ਲਿਆ ਕਿ ਅਸੀਂ ਆਪਣੀ ਗੁਰਤਾ ਗੱਦੀ ਭਾਈ ਪਾਰੋ ਜੀ ਨੂੰ ਬਖਸ਼ਿਸ਼ ਕਰਾਂਗੇ। ਪਰ ਭਾਈ ਪਾਰੋ ਜੀ ਨੇ ਕਿਹਾ, ਮਹਾਰਾਜ ਮੈਂ ਤਾਂ ਤੁਹਾਡੇ ਵਿੱਚ ਅਭੇਦ ਹੋਣਾ ਚਾਹੁੰਦਾ ਹਾਂ, ਤੁਹਾਡੇ ਨਾਲ ਮਿਲਣਾ ਚਾਹੁੰਦਾ ਹਾਂ। ਮਹਾਰਾਜ ਕਿਰਪਾ ਕਰੋ ਮੈਂ ਤੁਹਾਡੇ ਨਾਲ ਅਭੇਦ ਹੋ ਜਾਵਾਂ, ਤੁਹਾਡੇ ਵਿੱਚ ਸਮਾ ਜਾਵਾਂ। ਤਾਂ ਸਾਧ ਸੰਗਤ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਪਾਰੋ ਜੀ ਨੂੰ ਕਿਹਾ ਵੀ ਤੁਸੀਂ ਆਪਣੇ ਘਰ ਵਿੱਚ ਜਾਓ ਤੇ ਜਾ ਕੇ ਆਪਣਾ ਸਰੀਰ ਨੂੰ ਤਿਆਗ ਦੇਵੋ,
ਤੇ ਭਾਈ ਪਾਰੋ ਜੀ ਨੇ ਉਸੇ ਤਰ੍ਹਾਂ ਕੀਤਾ, ਆਪਣੇ ਘਰ ਗਏ। ਘਰ ਵਿੱਚ ਜਾ ਕਰਕੇ ਸਾਧ ਸੰਗਤ ਜੀ, ਭਾਈ ਪਾਰੋ ਜੀ ਨੇ ਆਪਣਾ 5 ਭੌਤਿਕ ਸਰੀਰ ਤਿਆਗ ਕਰਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਸਮਾ ਗਏ। ਇਹ ਹੈ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਇਹ ਗੁਰਸਿੱਖ ਇਹ ਚੀਜ਼ ਚਾਹੁੰਦੇ ਨੇ, ਤੇ ਹਰ ਇੱਕ ਗੁਰਸਿੱਖ ਦੀ ਇਹੀ ਭਾਵਨਾ ਹੋਣੀ ਚਾਹੀਦੀ। ਜਿਹੜਾ ਪੂਰਨ ਗੁਰਸਿੱਖ ਹੈ ਉਹ ਇਹੀ ਮੰਗੇਗਾ ਗੁਰੂ ਮਹਾਰਾਜ ਜੀ ਦੇ ਕੋਲੋਂ। ਉਹ ਦੁਨੀਆ ਦੀਆਂ ਦਾਤਾਂ ਨਹੀਂ ਮੰਗੇਗਾ, ਦੁਨੀਆ ਦੇ ਪਦਾਰਥ ਨਹੀਂ ਮੰਗੇਗਾ, ਉਹ ਗੁਰੂ ਮਹਾਰਾਜ ਜੀ ਦਾ ਪ੍ਰੇਮ ਮੰਗੇਗਾ, ਪਿਆਰ ਮੰਗੇਗਾ। ਇਹੀ ਬੇਨਤੀਆਂ ਕਰੇਗਾ, ਮਹਾਰਾਜ ਮੈਨੂੰ ਆਪਣੇ ਵਿੱਚ ਸਮਾ ਲਓ, ਮੈਨੂੰ ਆਪਣੇ ਵਿੱਚ ਅਭੇਦ ਕਰ ਲਓ, ਮੈਂ ਤੁਹਾਡਾ ਰੂਪ ਬਣ ਜਾਵਾਂ। ਤੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਜਦੋਂ ਗੁਰੂ ਮਹਾਰਾਜ ਜੀ ਆਪਣਾ ਰੂਪ ਬਣਾ ਲੈਂਦੇ ਨੇ ਨਾ, ਫਿਰ ਮਹਾਰਾਜ ਕਹਿੰਦੇ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਕਹਿੰਦੇ ਉੱਥੇ ਫਿਰ ਕੀ ਹੋ ਜਾਂਦਾ, ਹਰ ਹਰ ਜਨ, ਹਰੀ ਵਾਹਿਗੁਰੂ ਪਰਮੇਸ਼ਰ ਤੇ ਹਰੀ ਦਾ ਜਨ ਇੱਕ ਰੂਪ ਹੋ ਜਾਂਦਾ। ਉਹਨਾਂ ਦੇ ਅੰਦਰ ਕੋਈ ਫਰਕ ਨਹੀਂ ਰਹਿ ਜਾਂਦਾ, ਕੋਈ ਭੇਦ ਭਾਵ ਨਹੀਂ ਰਹਿ ਜਾਂਦਾ, ਉਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਂਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ, ਜਿਵੇਂ ਸਮੁੰਦਰਾਂ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ, ਉਹਨਾਂ ਦੇ ਵਿੱਚੋਂ ਤਰੰਗਾਂ ਉੱਠਦੀਆਂ ਨੇ, ਉਹ ਲਹਿਰਾਂ ਉਹ ਤਰੰਗਾਂ ਵਾਪਸ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀਆਂ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਵੀ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਹਨ। ਇਉਂ ਬੇਨਤੀ ਕਰਨੀ, ਮਹਾਰਾਜ ਤੁਹਾਡੇ ਜਿਹੜੇ ਚਰਨ ਨੇ ਇਹ ਸਾਡੇ ਵਾਸਤੇ ਜਹਾਜ਼ ਹਨ। ਤੁਮ ਜਾਣੋ ਆਪਣੀ ਭਾਤੇ। ਮਹਾਰਾਜ ਹੁਣ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਵੀ ਸਾਨੂੰ ਕਿਵੇਂ ਸੰਸਾਰ ਸਮੁੰਦਰ ਤੋਂ ਤਾਰਨਾ ਆ। ਇਸ ਗੱਲ ਨੂੰ, ਇਸ ਭੇਦ ਨੂੰ ਮਹਾਰਾਜ ਤੁਸੀਂ ਆਪ ਹੀ ਜਾਣਨਾ ਕਰਦੇ ਹੋ। ਕਰ ਕਿਰਪਾ ਜਿਸ ਰਾਖੋ ਸੰਗੇ, ਤੇ ਤੇ ਪਾਰ ਪਰਾਤੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ, ਮਹਾਰਾਜ ਕਹਿੰਦੇ ਕਰ ਕਿਰਪਾ ਜਿਸ ਰਾਖੋ ਸੰਗੇ। ਕਹਿੰਦੇ ਜਿਹੜਾ ਵਾਹਿਗੁਰੂ ਹੈ ਨਾ, ਕਹਿੰਦੇ ਜਦੋਂ ਉਹ ਆਪਣੀ ਕਿਰਪਾ ਕਰਦਾ ਨਾ ਜੀਵਾਂ ਦੇ ਉੱਪਰ, ਉਹਨਾਂ ਨੂੰ ਆਪਣੇ ਨਾਲ ਰੱਖ ਲੈਂਦਾ ਹੈ। ਤੇ ਕਿਰਪਾ ਵੀ ਸਾਧ ਸੰਗਤ ਜੀ ਤਾਂ ਹੀ ਹੁੰਦੀ ਜੇ ਚੰਗੇ ਕਰਮ ਹੋਣ, ਕਰਮਾਂ ਦੁਆਰਾ ਆ। ਤੇ ਬੜੀ ਵੱਡੀ ਗੱਲ ਹੈ ਕਿਰਪਾ ਹੋ ਜਾਣੀ। ਦੇਖੋ ਭਾਈ ਮੰਝ ਜੀ ਦਾ ਕੈਸਾ ਜੀਵਨ ਸੀ, ਭਾਈ ਮੰਝ ਜੀ ਨੇ ਕਿੰਨੀ ਮਹਾਨ ਸੇਵਾ ਕੀਤੀ। ਤੇ ਭਾਈ ਮੰਝ ਜੀ ਨੇ ਏਡੀ ਸੇਵਾ ਕੀਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਇੰਨੇ ਖੁਸ਼ ਹੋਏ, ਭਾਈ ਮੰਝ ਜੀ ਨੂੰ ਜਾਫੀ ਵਿੱਚ ਲੈ ਲਿਆ, ਗਲ ਵਕੜੀ ਪਾ ਲਈ ਭਾਈ ਮੰਝ ਜੀ ਨੂੰ। ਤੇ ਕਿੱਡੀ ਕਿਰਪਾ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਹੁਣ ਹੋਰ ਵੀ ਗੁਰੂ ਕੇ ਸਿੱਖ ਰਹਿੰਦੇ ਸਨ, ਪਰ ਇਹ ਸੁਭਾਗ ਕਿਹਨੂੰ ਪ੍ਰਾਪਤ ਹੋਇਆ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਗਲ ਵਕੜੀ ਵਿੱਚ ਭਾਈ ਮੰਝ ਜੀ ਨੂੰ ਲਿਆ, ਭਾਈ ਮੰਝ ਜੀ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਨਾ। ਇਸੇ ਤਰ੍ਹਾਂ ਸੇਵਾ ਕੀਤੀ ਭਾਈ ਜੇਤਾ ਜੀ ਨੇ, ਜੋ ਬਾਅਦ ਵਿੱਚ ਸਾਧ ਸੰਗਤ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਭਾਈ ਜੀਵਨ ਸਿੰਘ ਜੀ ਬਣੇ। ਦਿੱਲੀ ਤੋਂ ਧੰਨ ਗੁਰੂ ਅਰਜਨ ਦੇਵ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਲੈ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਸਨ, ਜਿਸ ਤੋਂ ਖੁਸ਼ ਹੋ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਜੇਤਾ ਜੀ ਨੂੰ ਗਲਵਕੜੀ ਵਿੱਚ ਲੈ ਲਿਆ। ਏਡੀ ਮਹਾਨ ਸੇਵਾ। ਵਿਰਲੇ ਹੋਏ ਨੇ ਨਾ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਆਪਣੀ ਗਲਵਕੜੀ ਵਿੱਚ ਲਿਆ। ਹਰ ਇੱਕ ਗੁਰਸਿੱਖ ਨੂੰ ਨਹੀਂ ਮਹਾਰਾਜ ਨੇ ਗਲਵਕੜੀ ਵਿੱਚ ਲਿਆ। ਜਿਨ੍ਹਾਂ ਦੇ ਉੱਪਰ ਕਿਰਪਾ ਹੋਈ ਹੈ ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਆਪਣੇ ਗਲ ਦੇ ਨਾਲ ਲਾ ਲਿਆ। ਜਿਨ੍ਹਾਂ ਨੂੰ ਗਲ ਦੇ ਨਾਲ ਲਾ ਲਿਆ ਸਾਧ ਸੰਗਤ ਜੀ, ਫਿਰ ਉਹ ਕਦੇ ਵੀ ਗੁਰੂ ਮਹਾਰਾਜ ਜੀ ਤੋਂ ਬਾਹਰ ਨਹੀਂ ਹੋਏ। ਉਹ ਕਦੇ ਵੀ ਸਾਧ ਸੰਗਤ ਜੀ ਉਹ ਕਿਸੇ ਪਾਸੇ ਨਹੀਂ ਗਏ, ਉਹ ਗੁਰੂ ਦੇ ਨਾਲ ਹੀ ਅਭੇਦ ਹੋ ਗਏ, ਗੁਰੂ ਦੇ ਵਿੱਚ ਹੀ ਸਮਾ ਜਾਣਾ ਕੀਤੇ ਹਨ। ਸੋ ਇਸ ਕਰਕੇ ਕਰ ਕਿਰਪਾ ਜਿਸ ਰਾਖੋ ਸੰਗੇ। ਮਹਾਰਾਜ ਤੁਸੀਂ ਏਡੇ ਵੱਡੇ ਹੋ, ਜਿਨ੍ਹਾਂ ਦੇ ਉੱਪਰ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹੋ ਨਾ, ਤੁਸੀਂ ਉਹਨਾਂ ਨੂੰ ਆਪਣੇ ਨਾਲ ਰੱਖ ਲੈਂਦੇ ਹੋ। ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲ ਰੱਖ ਲੈਂਦੇ ਹੋ, ਫਿਰ ਮਹਾਰਾਜ ਕੀ ਹੁੰਦਾ ਆ, ਤੇ ਪਾਰ ਪਰਾਤੇ। ਜਿਨ੍ਹਾਂ ਨੂੰ ਮਹਾਰਾਜ ਤੁਸੀਂ ਆਪਣੇ ਨਾਲ ਰੱਖਿਆ ਕਿਰਪਾ ਕਰਕੇ, ਤੇ ਉਹਨਾਂ ਨੂੰ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ। ਈਤ ਊਤ ਪ੍ਰਭ ਤੁਮ ਸਮਰੱਥਾ, ਸਭ ਕਿਛ ਤੁਮਰੈ ਹਾਥੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ, ਕਹਿੰਦੇ ਉਹ ਜਿਹੜਾ ਵਾਹਿਗੁਰੂ ਹੈ ਨਾ, ਈਤ ਇਸ ਲੋਕ ਨੂੰ ਕਹਿੰਦੇ ਨੇ, ਊਤ ਪਰਲੋਕ ਨੂੰ ਕਹਿੰਦੇ ਨੇ। ਕਹਿੰਦੇ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਉਹ ਵਾਹਿਗੁਰੂ ਪਰਮਾਤਮਾ ਰੱਖਣ ਵਾਲਾ ਆ ਤੇ ਸਮਰੱਥ ਹੈ, ਸਰਬ ਸ਼ਕਤੀਮਾਨ ਹੈ, ਤੇ ਸਾਧ ਸੰਗਤ ਜੀ ਹਰ ਤਰ੍ਹਾਂ ਕਰਕੇ ਪਰਿਪੂਰਨ ਹੈ।
ਤੇ ਇਸ ਕਰਕੇ ਉਸ ਵਾਹਿਗੁਰੂ ਨੂੰ ਈਤ ਊਤ ਪ੍ਰਭ ਤੁਮ ਸਮਰੱਥਾ ਬੇਨਤੀ ਕਰਨੀ। ਕੀ ਬੇਨਤੀ ਕਰਨੀ? ਵਾਹਿਗੁਰੂ ਜੀ ਤੁਸੀਂ ਇਸ ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਸਮਰੱਥ ਹੋ। ਮਾਈ ਦੇਸਾਂ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ ਮੈਨੂੰ ਪੁੱਤਰ ਦੀ ਦਾਤ ਦੇ ਦੇਵੋ। ਮਹਾਰਾਜ ਨੇ ਕਿਹਾ ਮਾਈ ਤੇਰੇ ਕਰਮਾਂ 'ਚ ਪੁੱਤਰ ਨਹੀਂ ਲਿਖਿਆ ਜੇ। ਤੇ ਮਾਈ ਉਦਾਸ ਹੋ ਕਰਕੇ ਵਾਪਸ ਆਈ। ਭਾਈ ਗੁਰਦਾਸ ਜੀ ਨੇ ਵੇਖਿਆ ਵੀ ਜਿਹੜਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਵਿੱਚ ਆਇਆ ਹੈ ਉਹ ਖੁਸ਼ ਹੋ ਕਰਕੇ ਗਿਆ, ਪ੍ਰਸੰਨ ਹੋ ਕਰਕੇ ਗਿਆ। ਇਹ ਮਾਈ ਕਿਵੇਂ ਬੈਠੀ ਹੈ ਉਦਾਸ ਹੋ ਕੇ? ਭਾਈ ਗੁਰਦਾਸ ਜੀ ਨੇ ਪੁੱਛ ਲਿਆ ਮਾਤਾ ਕੀ ਗੱਲ ਹੈ? ਤਾਂ ਮਾਈ ਨੇ ਕਿਹਾ ਵੀ ਮੈਨੂੰ ਗੁਰੂ ਅਰਜਨ ਦੇਵ ਸੱਚੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲ ਆਈ ਸਾਂ ਪੁੱਤਰ ਦੀ ਪ੍ਰਾਪਤੀ ਲਈ, ਪਰ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੇ ਤੇਰੇ ਕਰਮਾਂ ਦੇ ਵਿੱਚ ਪੁੱਤਰ ਦਾ ਲੇਖ ਨਹੀਂ ਲਿਖਿਆ। ਤੇ ਭਾਈ ਗੁਰਦਾਸ ਜੀ ਨੇ ਜੁਗਤ ਦੱਸੀ, ਮਾਈ ਮੈਂ ਤੈਨੂੰ ਇੱਕ ਜੁਗਤ ਦੱਸ ਦਿੰਨਾ ਆ, ਤੇ ਉਸੇ ਤਰ੍ਹਾਂ ਜਾ ਕੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਬੇਨਤੀ ਕਰ। ਆਹ ਕਾਗਜ਼ ਫੜ, ਕਲਮ ਲੈ ਤੇ ਦਵਾਤ ਲੈ ਕੇ ਜਾ ਤੇ ਬੇਨਤੀ ਕਰੀ ਮਹਾਰਾਜ ਜੇ ਤੁਸੀਂ ਉੱਥੇ ਨਹੀਂ ਨਾ ਲਿਖਿਆ ਤੇ ਇੱਥੇ ਲਿਖ ਦੇਵੋ। ਤੇ ਉਸ ਮਾਈ ਨੇ ਸਾਧ ਸੰਗਤ ਜੀ ਉਸੇ ਤਰ੍ਹਾਂ ਕੀਤਾ। ਜੇ ਦੂਜੀ ਵਾਰ ਗਈ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿਣ ਲੱਗੇ ਮਾਤਾ ਅਸੀਂ ਤੈਨੂੰ ਕਿਹਾ ਸੀ ਪਹਿਲਾਂ ਵੀ ਤੇਰੇ ਕਰਮਾਂ 'ਚ ਪੁੱਤਰ ਦਾ ਲੇਖ ਨਹੀਂ ਹੈ। ਤਾਂ ਉਸ ਮਾਤਾ ਨੇ ਕਾਗਜ਼ ਅਤੇ ਸਾਧ ਸੰਗਤ ਜੋ ਕਲਮ ਅੱਗੇ ਰੱਖ ਦਿੱਤੀ। ਮਹਾਰਾਜ ਨੂੰ ਕਿਹਾ ਮਹਾਰਾਜ ਆ ਲਓ, ਜੇ ਤੁਸੀਂ ਉੱਥੇ ਨਹੀਂ ਨਾ ਲਿਖਿਆ ਤੇ ਇੱਥੇ ਲਿਖ ਦੇਵੋ। ਮਹਾਰਾਜ ਬੜੇ ਪ੍ਰਸੰਨ ਹੋਏ, ਖੁਸ਼ ਹੋਏ ਜੁਗਤ ਵੇਖ ਕਰਕੇ। ਇਸ ਕਰਕੇ ਸਾਧ ਸੰਗਤ ਜੀ ਜਦੋਂ ਸਾਨੂੰ ਜੁਗਤ ਆ ਗਈ ਨਾ ਤੇ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਹੋ ਜਾਵਾਂਗੇ। ਜਿਹੜੇ ਪਰਮਾਤਮਾ ਦੇ ਨਾਮ ਜਪਣ ਵਾਲੇ ਗੁਰੂ ਕੇ ਸਿੱਖ ਨੇ ਜਾਂ ਗੁਰੂ ਦੇ ਰਸਤੇ ਦੇ ਉੱਪਰ ਚੱਲਣ ਵਾਲੇ ਨੇ, ਇਸੇ ਕਰਕੇ ਸਾਨੂੰ ਬਾਰ-ਬਾਰ ਕਿਹਾ ਜਾਂਦਾ ਨਾ ਕਿ ਭਾਈ ਗੁਰਸਿੱਖਾਂ ਦੀ ਸੰਗਤ ਕਰਿਆ ਕਰੋ। ਤੇ ਜਿਹੜੇ ਮਨਮੁਖ ਨੇ ਉਹਨਾਂ ਦੀ ਸੰਗਤ ਤੋਂ ਬਚੋ। ਮਾੜੀ ਸੰਗਤ ਦਾ ਤਿਆਗ ਕਰਨਾ, ਚੰਗੇ ਹੀ ਸੰਗਤ ਕਰਨੀ। ਹੁਣ ਚੰਗੀ ਸੰਗਤ ਉਹਨਾਂ ਦੀ ਹੈ ਜਿਹੜੇ ਚੰਗੇ ਕਰਮ ਕਰਦੇ ਨੇ। ਤੇ ਇਸੇ ਕਰਕੇ ਬਾਰ-ਬਾਰ ਕਿਹਾ ਵੀ ਗੁਰਸਿੱਖਾਂ ਦੀ ਸੰਗਤ ਕਰਨੀ, ਗੁਰੂ ਦੇ ਪਿਆਰਿਆਂ ਦੀ ਸੰਗਤ ਕਰਨੀ। ਗੁਰੂ ਦੇ ਪਿਆਰੇ ਸਾਨੂੰ ਜੁਗਤ ਦੱਸ ਦਿੰਦੇ ਨੇ ਤੇ ਉਹ ਜੁਗਤ ਦੁਆਰਾ ਹੀ ਅਸੀਂ ਵਾਹਿਗੁਰੂ ਦੇ ਨੇੜੇ ਹੋ ਜਾਂਦੇ ਹਾਂ ਤੇ ਪਰਮੇਸ਼ਰ ਦੀ ਪ੍ਰਸੰਨਤਾ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਪ੍ਰਸੰਨ ਹੋਏ, ਖੁਸ਼ ਹੋਏ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਸਾਧ ਸੰਗਤ ਜੀ ਉੱਥੇ ਇਤਿਹਾਸ ਆਉਂਦਾ ਲਿਖਿਆ ਆ ਵੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇੱਕ ਲਿਖਣ ਲੱਗੇ ਸੀ, ਉੱਥੇ ਘੋੜੇ ਦਾ ਜਿਹੜਾ ਪੌੜ ਸੀਗਾ ਸਾਧ ਸੰਗਤ ਜੀ ਉਹਨੇ ਘੋੜੇ ਨੇ ਆਪਣਾ ਪੌੜ ਹਿਲਾਇਆ ਤੇ ਸਾਤਾ ਪੈ ਗਿਆ। ਮਹਾਰਾਜ ਨੇ ਕਿਹਾ ਮਾਤਾ ਅੱਜ ਤੇਰੇ ਘਰ ਦੇ ਵਿੱਚ ਪੁੱਤਰਾਂ ਦੀ ਜਿਹੜੀ ਦਾਤ ਹੈ, ਮਹਾਰਾਜ ਕਹਿੰਦੇ ਅਸੀਂ 7 ਪੁੱਤਰਾਂ ਦੀ ਦਾਤ ਤੈਨੂੰ ਪ੍ਰਾਪਤ ਹੋ ਗਈ ਹੈ। ਸੋ ਇਹ ਬਚਨ ਕੀਤੇ ਸਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ। ਸੋ ਇਹ ਸਾਰਾ ਇਤਿਹਾਸ ਪ੍ਰਸੰਗ ਜਿਹੜਾ ਸਾਧ ਸੰਗਤ ਜੀ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਇਹ ਆਉਂਦਾ ਹੈ। ਇਸੇ ਤਰ੍ਹਾਂ ਇਹ ਪ੍ਰਸੰਗ ਜਿਹੜਾ ਆ ਕਵੀ ਭਾਈ ਸੰਤੋਖ ਸਿੰਘ ਜੀ ਨੇ ਜਿਹੜਾ ਗ੍ਰੰਥ ਲਿਖਿਆ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਵੀ ਇਸੇ ਤਰ੍ਹਾਂ ਹੀ ਪ੍ਰਸੰਗ ਆਉਂਦਾ ਹੈ। ਸੋ ਉਹ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਨੀਆਂ। ਬੇਨਤੀਆਂ ਦੇ ਨਾਲ ਪਰਮਾਤਮਾ ਦੀ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ। ਤੇ ਉਹ ਇਸ ਲੋਕ ਦੇ ਵਿੱਚ ਵੀ ਰੱਖਣ ਵਾਲਾ ਤੇ ਪਰਲੋਕ ਦੇ ਵਿੱਚ ਵੀ ਉਹ ਵਾਹਿਗੁਰੂ ਰੱਖਣ ਵਾਲਾ ਹੈ ਤੇ ਸਮਰੱਥ ਹੈ। ਤੇ ਬੇਨਤੀ ਇਹੀ ਕਰਨੀ ਮਹਾਰਾਜ ਲੋਕ ਪਰਲੋਕ ਦੇ ਵਿੱਚ ਤੁਸੀਂ ਸਮਰੱਥ ਹੋ, ਸਭ ਕੁਝ ਤੁਮਰੇ ਹੱਥ ਹੈ। ਮਹਾਰਾਜ ਸਾਰਾ ਕੁਝ ਹੀ ਤੁਹਾਡੇ ਹੱਥ ਦੇ ਵਿੱਚ ਹੈ, ਦੁੱਖ ਸੁੱਖ ਵੀ ਇਹ ਵੀ ਤੁਹਾਡੇ ਹੱਥ ਵਿੱਚ ਹੈ। ਮਹਾਰਾਜ ਜੇ ਤੁਸੀਂ ਚਾਹੋ ਦੁੱਖ ਨੂੰ ਖਤਮ ਕਰ ਦਿਓ। ਇਸ ਕਰਕੇ ਸਾਡੇ ਜੀਵਨ ਦੀ ਡੋਰ ਹੀ ਤੁਹਾਡੇ ਹੱਥ ਵਿੱਚ ਹੈ, ਸਾਰੀਆਂ ਦਾਤਾਂ ਵੀ ਤੁਹਾਡੇ ਹੱਥ ਵਿੱਚ ਹੈ। ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਮਹਾਰਾਜ ਸਾਰੀਆਂ ਦਾਤਾਂ ਤੁਹਾਡੇ ਹੱਥ ਵਿੱਚ ਹੈ। ਜਿਹੜਾ ਮਨੁੱਖ ਜਿਹੜਾ ਜੀਵ ਇਨਸਾਨ ਤੁਹਾਨੂੰ ਭਾ ਜਾਂਦਾ ਆ ਉਹਨੂੰ ਤੁਸੀਂ ਉਹ ਦਾਤਾਂ ਦੇ ਦਿੰਦੇ ਹੋ। ਕਿਸੇ ਨੂੰ ਨਾਮ ਦੀਆਂ ਦਾਤਾਂ ਦੇ ਦਿੰਦੇ ਹੋ, ਕਿਸੇ ਨੂੰ ਰਾਜ ਭਾਗ ਦੀਆਂ ਦਾਤਾਂ ਦੇ ਦਿੰਦੇ ਹੋ, ਕਿਸੇ ਨੂੰ ਸੰਸਾਰ ਦੇ ਪਦਾਰਥਾਂ ਦੀਆਂ ਦਾਤਾਂ ਦੇ ਦਿੰਦੇ ਹੋ। ਮਹਾਰਾਜ ਕਿਸੇ ਨੂੰ ਧੀਆਂ ਪੁੱਤਰਾਂ ਦੀਆਂ ਦਾਤਾਂ ਦੇ ਦਿੰਦੇ ਹੋ। ਇਹ ਸਾਰੀਆਂ ਦਾਤਾਂ ਤੁਹਾਡੀਆਂ ਨੇ। ਇਹ ਮਨੁੱਖਾ ਜੀਵਨ ਜਿਹੜਾ ਪ੍ਰਾਪਤ ਹੋਇਆ ਇੱਕ ਬੜੀ ਵੱਡੀ ਦਾਤ ਹੈ। ਇਹ ਵੀ ਮਹਾਰਾਜ ਤੁਹਾਡੀ ਦਾਤ ਇਹ ਸਾਨੂੰ ਦਿੱਤੀ ਹੈ। ਇਸ ਕਰਕੇ ਮਹਾਰਾਜ ਤੁਹਾਡਾ ਜਿਹੜਾ ਆ ਇਹ ਬੜੀ ਵੱਡੀ ਸਾਡੇ ਤੇ ਦਾਤ ਹੈ ਤੇ ਤੁਹਾਡੀ ਇਹ ਕਿਰਪਾ ਆ ਸਾਡੇ ਉੱਪਰ। ਕਿਰਪਾ ਕਰੋ ਮਹਾਰਾਜ, ਇਹ ਸਾਰੀਆਂ ਦਾਤਾਂ ਤੁਹਾਡੇ ਉੱਪਰ ਨੇ। ਤੇ ਇੱਥੋਂ ਤੱਕ ਮਹਾਰਾਜ ਇੱਕ ਗੁਣ ਤੁਹਾਡਾ ਇਹ ਵੀ ਹੈ। ਕਿਹੜਾ ਗੁਣ ਹੈ ਮਹਾਰਾਜ? ਤੁਸੀਂ ਦਾਤਾਂ ਦੇ ਕੇ ਕਦੇ ਪਛਤਾਉਂਦੇ ਨਹੀਂ ਹੋ। ਦੇਖੋ ਸਾਧ ਸੰਗਤ ਜੀ ਅਸੀਂ ਸੰਸਾਰ ਦੇ ਅੰਦਰ ਵਿਚਰਦੇ ਹਾਂ, ਜਿਨ੍ਹਾਂ ਲੋਕਾਂ ਦੇ ਨਾਲ ਸਾਡਾ ਪ੍ਰੇਮ ਹੁੰਦਾ, ਸਨੇਹ ਹੁੰਦਾ, ਪਿਆਰ ਹੁੰਦਾ ਆ, ਜਾਂ ਅਸੀਂ ਕਿਸੇ ਦੀ ਗਰੀਬ ਦੀ
ਜਾਂ ਕਿਸੇ ਦੀ ਹੈਲਪ ਕਰ ਦਿੰਦੇ ਆ, ਮਦਦ ਕਰ ਦਿੰਦੇ ਆ, ਲੋੜਵੰਦ ਨੂੰ ਕੁਝ ਦੇ ਵੀ ਦਿੰਦੇ ਆ ਨਾ, ਸਮੇਂ ਆਉਣ ਤੇ ਜਦੋਂ ਕਿਸੇ ਦਾ ਸਾਡੇ ਅੱਗੇ ਔਗਣ ਸਾਹਮਣੇ ਆ ਜਾਂਦਾ ਆ, ਜਾਂ ਉਹ ਸਾਡੇ ਆਖੇ ਨਹੀਂ ਲੱਗਦਾ, ਜਾਂ ਸਾਡੀ ਉਹ ਬੇਕਦਰੀ ਕਰ ਦਿੰਦਾ ਆ, ਤੇ ਅਸੀਂ ਲੋਕ ਪਛਤਾਉਂਦੇ ਆ ਵੀ ਇਹਦੀ ਹੈਲਪ ਕਰਨੀ ਨਹੀਂ ਸੀ ਚਾਹੀਦੀ ਸਾਨੂੰ, ਇਹਦੀ ਕਿਉਂ ਹੈਲਪ ਕੀਤੀ, ਇਹਨੇ ਤਾਂ ਮੇਰੀ ਕਦਰ ਜਾਣੀ ਨਹੀਂ। ਪਰ ਸਾਧ ਸੰਗਤ ਜੀ, ਉਹ ਪਰਮਾਤਮਾ ਏਡਾ ਵੱਡਾ ਦਾਤਾ ਆ, ਉਹ ਸਾਰਿਆਂ ਨੂੰ ਦਾਤਾ ਦਿੰਦਾ, ਮਾੜਿਆਂ ਨੂੰ ਵੀ ਦਿੰਦਾ, ਚੰਗਿਆਂ ਨੂੰ ਵੀ ਦਿੰਦਾ ਆ। ਜਿਹੜੇ ਰੱਬ ਦਾ ਨਾਮ ਜਪਦੇ ਨੇ ਉਹਨਾਂ ਨੂੰ ਵੀ ਦਾਤਾਂ ਦੇ ਰਿਹਾ, ਜਿਹੜੇ ਨਹੀਂ ਜਪਦੇ ਉਹਨਾਂ ਨੂੰ ਵੀ ਦਾਤਾਂ ਦੇ ਰਿਹਾ। ਜਿਨ੍ਹਾਂ ਨੂੰ ਰੱਬ ਆਪਣੀਆਂ ਦਾਤਾਂ ਦੇ ਦਿੰਦਾ ਆ, ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਸਾਧ ਸੰਗਤ ਜੀ, ਰੱਬ ਉਹ ਪਛਤਾਉਂਦਾ ਨਹੀਂ ਵੀ ਮੈਂ ਇਹਨੂੰ ਕਿਉਂ ਦਾਤ ਦਿੱਤੀ, ਇਹ ਤਾਂ ਮੇਰਾ ਹੁਣ ਸ਼ੁਕਰਾਨਾ ਵੀ ਨਹੀਂ ਕਰ ਰਿਹਾ। ਬੜੀ ਵੱਡੀ ਦਾਤ ਹੈ, ਗੁਣ ਹੈ ਪਰਮੇਸ਼ਰ ਦਾ। ਜੇ ਅਸੀਂ ਰੱਬ ਦਾ ਗੁਣ ਗਾਇਨ ਕਰਾਂਗੇ ਸਾਧ ਸੰਗਤ ਜੀ, ਉਹ ਵੱਡਾ ਨਹੀਂ ਹੋ ਜਾਏਗਾ। ਜੇ ਅਸੀਂ ਉਹਦਾ ਨਾਮ ਨਹੀਂ ਜਪਾਂਗੇ ਤਾਂ ਉਹਦਾ ਕੁਝ ਘਟ ਵੀ ਨਹੀਂ ਜਾਏਗਾ। ਵੱਡਾ ਨਾ ਹੋਵੇ, ਘਾਟ ਨਾ ਜਾਏ। ਜੇ ਸਾਡੇ ਅੰਦਰ ਇਹ ਕਿਤੇ ਵਹਿਮ ਜਾਂ ਭਰਮ ਪੈ ਜਾਂਦਾ ਆ ਵੀ ਅਸੀਂ ਜੇ ਨਾਮ ਜਪਾਂਗੇ ਤਾਂ ਪਤਾ ਨਹੀਂ ਅਸੀਂ ਕੀ ਵੱਡਾ ਕਰਮ ਕਰ ਰਹੇ ਆ, ਇਹਦੇ ਅੰਦਰ ਸਾਡਾ ਭਲਾ ਹੈ। ਜੇ ਵੱਡੇ ਨੂੰ ਜਪਾਂਗੇ ਤੇ ਅਸੀਂ ਵੀ ਵੱਡੇ ਹੋਵਾਂਗੇ, ਇਹਦੇ ਅੰਦਰ ਸਾਡਾ ਫਾਇਦਾ। ਇਹ ਨਾ ਕਹੀਏ ਜੇ ਅਸੀਂ ਰੱਬ ਦਾ ਨਾਮ ਜਪਿਆ, ਬੰਦਗੀ ਕੀਤੀ, ਮੇਰੇ ਤੋਂ ਵੱਡਾ ਕੋਈ ਨਾਮ ਜਪਣ ਵਾਲਾ ਹੈ ਹੀ ਨਹੀਂ, ਜਾਂ ਇੱਕ ਅਸੀਂ ਅਹਿਸਾਨ ਕਰ ਰਹੇ ਹਾਂ ਰੱਬ ਦੇ ਉੱਪਰ। ਕੋਈ ਅਹਿਸਾਨ ਨਹੀਂ, ਇਹ ਤਾਂ ਅਸੀਂ ਆਪਣੇ ਉੱਪਰ ਹੀ ਅਹਿਸਾਨ ਕਰ ਰਹੇ ਹਾਂ ਸਾਧ ਸੰਗਤ ਜੀ। ਸਗੋਂ ਬੇਨਤੀਆਂ ਕਰਿਆ ਕਰੀਏ ਕਿ ਵਾਹਿਗੁਰੂ ਜੀ ਕਿਰਪਾ ਕਰੋ, ਨਾਮ ਦੀ ਦਾਤ ਦੇ ਦਿਓ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਹਾਰਾਜ ਸਾਨੂੰ ਨਾਮ ਦੀ ਦਾਤ ਦੇ ਦੇਵੋ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਨਿਥਾਵੇ ਕੋ ਤੁਮ ਥਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਵੋ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਮਹਾਰਾਜ ਅਸੀਂ ਕਈ ਜਨਮਾਂ ਤੋਂ ਫਿਰਦੇ ਫਿਰਾਉਂਦੇ ਆ, ਕਦੇ ਕਿਹੜੇ ਜਨਮ 'ਚ, ਕਦੇ ਕਿਹੜੇ ਜਨਮ 'ਚ ਆਏ ਆ, ਮਨੁੱਖਾ ਜਨਮ ਪ੍ਰਾਪਤ ਹੋਇਆ, ਸਾਨੂੰ ਕਿਰਪਾ ਕੀਤੀ ਤੁਸੀਂ, ਇਹ ਅਮੋਲਕ ਜਨਮ ਬਖਸ਼ਿਆ ਆ। ਕਿਰਪਾ ਕਰੋ, ਹੁਣ ਤੁਹਾਡੀ ਸ਼ਰਨ ਵਿੱਚ ਆ ਗਏ ਆ, ਹੁਣ ਮਹਾਰਾਜ ਤੁਸੀਂ ਆਪਣੀ ਭਗਤੀ ਵਿੱਚ ਲਾ ਲਓ, ਜੋੜ ਲਓ। ਮਹਾਰਾਜ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ। ਸੋ ਮਹਾਰਾਜ ਕਹਿੰਦੇ ਇਦਾਂ ਬੇਨਤੀਆਂ ਕਰਨੀਆਂ ਨੇ, ਨਾਮ ਦੀ ਦਾਤ ਵਾਹਿਗੁਰੂ ਦੇ ਹੱਥ ਵਿੱਚ ਹੈ, ਤੇ ਬਾਰ-ਬਾਰ ਬੇਨਤੀਆਂ ਕਰਾਂਗੇ, ਵਾਹਿਗੁਰੂ ਪਰਮੇਸ਼ਰ ਸਾਨੂੰ ਨਾਮ ਦੀ ਦਾਤ ਵੀ ਦੇ ਦੇਣਗੇ। ਇਉਂ ਬੇਨਤੀਆਂ ਕਰੀਏ, ਮਹਾਰਾਜ ਲੋਕ ਪਰਲੋਕ ਦੇ ਅੰਦਰ ਤੁਸੀਂ ਸਮਰੱਥ ਹੋ, ਪਰਿਪੂਰਨ ਹੋ, ਸਭ ਕੁਛ ਤੁਮਰੇ ਹੱਥੇ, ਸਾਰੀਆਂ ਦਾਤਾਂ ਸਭ ਕੁਝ ਮਹਾਰਾਜ ਤੁਹਾਡੇ ਹੱਥ ਦੇ ਵਿੱਚ ਹੀ ਹੈ। ਐਸਾ ਨਿਧਾਨ ਦੇਹ ਮੋਹ ਕੋ, ਹਰ ਜਨ ਚੱਲੈ ਹਮਾਰੇ ਸਾਥੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬੇਨਤੀ ਕਰਨ ਦਾ ਢੰਗ ਦੱਸ ਰਹੇ ਨੇ। ਮਹਾਰਾਜ ਕਹਿੰਦੇ ਗੁਰਸਿੱਖੋ, ਇਹ ਦੁਨੀਆ ਦੇ ਲੋਕੋ, ਗੁਰੂ ਦੇ ਅੱਗੇ ਬੇਨਤੀਆਂ ਕਰਿਆ ਕਰੋ, ਪਰਮੇਸ਼ਰ ਦੇ ਪਿਆਰਿਆਂ ਅੱਗੇ ਬੇਨਤੀਆਂ ਕਰਿਆ ਕਰੋ। ਕੀ ਬੇਨਤੀ ਕਰਨੀ? ਐਸਾ ਨਿਧਾਨ ਦੇਹੋ ਮੋਹ ਕੋ, ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਐਸਾ ਨਾਮ ਦਾ ਨਿਧਾਨ ਕਹੀਏ, ਖਜ਼ਾਨਾ। ਨਿਧਾਨ ਦਾ ਅਰਥ ਹੁੰਦਾ ਖਜ਼ਾਨਾ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਜਿਹੜਾ ਮਹਾਰਾਜ ਤੁਹਾਡੇ ਨਾਮ ਦਾ ਖਜ਼ਾਨਾ ਹੈ ਨਾ, ਉਹ ਦੇ ਦਿਓ ਹਰ ਜਨ। ਇਹ ਹਰੀ ਦੇ ਜਨੋ, ਇਹ ਹਰੀ ਦੇ ਪਿਆਰਿਓ, ਸਾਨੂੰ ਨਾਮ ਦੇ ਖਜ਼ਾਨਾ ਦੇ ਦਿਓ, ਨਾਮ ਦੀ ਦਾਤ ਦੇ ਦਿਓ। ਚੱਲੇ ਹਮਾਰੇ ਸਾਥ ਹੈ। ਜਿਹੜਾ ਨਾਮ ਦਾ ਖਜ਼ਾਨਾ ਆ, ਜਿਹੜਾ ਨਾਮ ਦਾ ਧਨ ਹੈ, ਉਹ ਮਹਾਰਾਜ ਸਾਡੇ ਨਾਲ ਅੱਗੇ ਪਰਲੋਕ ਦੇ ਵਿੱਚ ਵੀ ਚੱਲੇ। ਕਿਉਂਕਿ ਸਾਧ ਸੰਗਤ ਜੀ, ਜਿਹੜਾ ਦੁਨਿਆਵੀ ਧਨ ਉਹ ਦੁਨੀਆ ਦੇ ਵਿੱਚ ਰਹਿ ਜਾਣ ਵਾਲਾ ਹੈ। ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਨ ਹੈ, ਉਹ ਅੱਗੇ ਵੀ ਜਾਣ ਵਾਲਾ ਤੇ ਇੱਥੇ ਵੀ ਰਹਿਣ ਵਾਲਾ ਹੈ, ਲੋਕ ਪਰਲੋਕ ਦੇ ਵਿੱਚ ਰਹਿਣ ਵਾਲਾ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇਹ ਬਚਨ ਵੀ ਕਹੇ ਨੇ। ਮਹਾਰਾਜ ਕਹਿੰਦੇ, ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨਮੁਖ ਭੁੱਲੇ ਅੰਧ ਗਾਵਾਰ, ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਮਹਾਰਾਜ ਕਹਿੰਦੇ ਜਿਹੜਾ ਇਹ ਦੁਨਿਆਵੀ ਧਨ ਹੈ ਨਾ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਇਹ ਕੱਚਾ ਧਨ ਹੈ। ਤੇ ਇਸ ਕੱਚੇ ਧਨ ਨੂੰ ਕੌਣ ਇਕੱਠਾ ਕਰਦਾ ਆ? ਮਹਾਰਾਜ ਕਹਿੰਦੇ ਜਿਹੜੇ ਮੂਰਖ ਨੇ, ਅਗਿਆਨੀ ਨੇ, ਬੇਸਮਝ ਨੇ। ਦੇਖੋ ਸਾਧ ਸੰਗਤ ਜੀ, ਆਪਾਂ ਕਈ ਵਾਰ ਕਹਿ ਦਿੰਦੇ ਆ ਵੀ ਜਿਹੜੇ ਲੋਕ ਇਹ ਗੱਲਾਂ ਕਹਿੰਦੇ ਨੇ ਜਾਂ ਸੁਣਾਉਂਦੇ ਨੇ ਵੀ ਭਾਈ ਧਨ ਤੋਂ ਬਚੋ, ਮਾਇਆ ਤੋਂ ਬਚੋ, ਉਹ ਮਾਇਆ ਇਕੱਠੀ ਕਰਦੇ ਨੇ।
ਬਰਕਤ ਤੋਂ ਬਰਕਤ ਬੰਦੇ ਨੂੰ ਸਾਧ ਸੰਗਤ ਜੀ ਮਾਇਆ ਦੀ ਲੋੜ ਵੀ ਪੈਂਦੀ ਹੈ, ਉਹਨੂੰ ਕੁੱਲੀ ਵੀ ਚਾਹੀਦੀ ਹੈ, ਰਹਿਣ ਸਹਿਣ ਵਾਸਤੇ ਲੀੜੇ ਕੱਪੜੇ ਵੀ ਚਾਹੀਦੇ ਨੇ, ਇਸ ਕਰਕੇ ਆਣ ਜਾਣ ਵਾਸਤੇ ਖਰਚਾ ਵੀ ਚਾਹੀਦਾ ਆ। ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬਚਨ ਵੀ ਕਹੇ ਨੇ, ਮਾਇਆ ਨੂੰ ਮਹਾਰਾਜ ਨੇ ਕਿਹਾ ਵੀ ਗੁਜਰਾਨ ਬਣਾ ਕੇ ਰੱਖਣਾ ਆ, ਇਹ ਨਹੀਂ ਕਰਨਾ ਵੀ ਪਰਮੇਸ਼ਰ ਨੂੰ ਭੁਲਾ ਦੇਣਾ ਤੇ ਮਾਇਆ ਦਾ ਲੋਭੀ ਬਣ ਜਾਣਾ, ਐਸਾ ਨਹੀਂ ਕਰਨਾ। ਅੰਦਰ ਤ੍ਰਿਸ਼ਨਾ ਪੈਦਾ ਕਰ ਲੈਣੀ ਵੀ ਹੋਰ ਆਵੇ ਹੋਰ ਆਵੇ ਹੋਰ ਆਵੇ, ਐਸਾ ਨਹੀਂ। ਮਹਾਰਾਜ ਨੇ ਕਿਹਾ ਵੀ ਮਾਇਆ ਨਾਲ ਮੋਹ ਪਾ ਲੈਣਾ, ਇਹ ਨਹੀਂ ਮਹਾਰਾਜ ਨੇ ਕਿਹਾ। ਮਹਾਰਾਜ ਨੇ ਕਿਹਾ ਮਾਇਆ ਨੂੰ ਗੁਜ਼ਾਰੇ ਜੋਗੀ ਮਹਾਰਾਜ ਨੂੰ ਵਰਤਣਾ। ਮਹਾਰਾਜ ਕਹਿੰਦੇ ਮਾਇਆ ਗੁਜਰਾਨ ਪੁੱਤਰ ਨਿਸ਼ਾਨ ਔਰਤ ਇਮਾਨ, ਇਹ ਬਚਨ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਹੇ ਨੇ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜਾ ਦੁਨਿਆਵੀ ਧਨ ਹੈ ਇਹ ਕੱਚਾ ਧਨ ਹੈ, ਪਰ ਇਹਨੂੰ ਇਕੱਠਾ ਕਰਨਾ, ਆਪਣੀ ਜ਼ਿੰਦਗੀ ਲਾ ਦੇਣੀ ਇਕੱਠਾ ਕਰਨ ਦੇ ਵਿੱਚ। ਮਹਾਰਾਜ ਕਹਿੰਦੇ ਇਹ ਜਿਹੜਾ ਕੰਮ ਹੈ ਮੂਰਖ ਲੋਕਾਂ ਦਾ ਕੰਮ ਹੈ, ਅਗਿਆਨੀ ਲੋਕਾਂ ਦਾ ਕੰਮ ਹੈ, ਜਿਹੜੇ ਗਵਾਰ ਬੇਸਮਝ ਨੇ ਉਹ ਲੋਕ ਇਹ ਕੰਮ ਕਰਦੇ ਨੇ। ਜਿਵੇਂ ਸਾਧ ਸੰਗਤ ਜੀ ਦੇਖੋ, ਰਾਵਣ ਕਿੱਡਾ ਵੱਡਾ ਵਿਦਵਾਨ ਸੀਗਾ, ਪੜ੍ਹਿਆ ਲਿਖਿਆ ਸੀਗਾ। ਹੁਣ ਐਡਾ ਵੱਡਾ ਵਿਦਵਾਨ ਹੋਣ ਦੇ ਬਾਵਜੂਦ ਵੀ ਤੇ ਸਾਧ ਸੰਗਤ ਜੀ ਉਹਨੇ ਆਪਣੇ ਗਿਆਨ ਨੂੰ ਹਿਰਦੇ ਵਿੱਚ ਨਹੀਂ ਵਸਾਇਆ ਜਾਂ ਧਾਰਨ ਨਹੀਂ ਕੀਤਾ। ਇੰਨਾ ਗਿਆਨੀ ਹੋਣ ਦੇ ਬਾਵਜੂਦ ਵੀ ਪਰਮਾਤਮਾ ਨਾਲ ਨਹੀਂ ਜੁੜ ਸਕਿਆ। ਸਭ ਕੁਝ ਸੀਗਾ, 5 ਚੀਜ਼ਾਂ ਸਾਧ ਸੰਗਤ ਜੀ ਹਰ ਇੱਕ ਮਨੁੱਖ ਨੂੰ ਨਹੀਂ ਪ੍ਰਾਪਤ ਹੋਣੀਆਂ। ਉਹ ਕਿਹੜੀਆਂ ਚੀਜ਼ਾਂ ਨੇ? ਤੇ ਸਾਧ ਸੰਗ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਅਤ ਸੁੰਦਰ, ਸੁੰਦਰ ਸੋਹਣਾ ਹੋਣਾ। ਸਾਧ ਸੰਗਤ ਜੀ ਜਿਹੜੀ ਰਾਵਣ ਦੀ ਕੁਲ ਸੀ ਉਹ ਬ੍ਰਾਹਮਣਾਂ ਦੇ ਵਿੱਚੋਂ ਸੀ। ਰਾਵਣ ਬੜਾ ਸੋਹਣਾ ਸੀਗਾ, ਰਾਵਣ ਉੱਚੀ ਕੁਲ ਵਾਲਾ ਸੀਗਾ। ਅਤ ਸੁੰਦਰ, ਸੋਹਣਾ ਵੀ ਸੀ, ਉੱਚੀ ਕੁਲ ਵੀ ਸੀ। ਮੁਖ ਗਿਆਨੀ ਧਨਵੰਤ, ਗਿਆਨਵਾਨ ਵੀ ਬੜਾ ਸੀਗਾ, ਜਿਹਦੀਆਂ ਉਂਗਲਾਂ ਤੇ ਸਾਧ ਸੰਗਤ 4 ਵੇਦ ਨੱਚਦੇ ਸਨ। ਧਨਾੜ ਵੀ ਬੜਾ ਸੀ, ਸੋਨੇ ਦੀ ਲੰਕਾ ਸੀ ਉਹਦੇ ਕੋਲੇ। ਚਤੁਰ, ਇੰਨਾ ਚਲਾਕ, ਇੰਨਾ ਚਤੁਰ ਸੀ। ਸਮੇਂ ਦਾ ਸਾਧ ਸੰਗਤ ਜੀ ਉਸ ਸਮੇਂ ਦਾ ਸਮਕਾਲੀ ਭਗਵਾਨ ਰਾਮਚੰਦਰ ਜੀ ਹੋਏ ਨੇ ਤ੍ਰੇਤੇ ਯੁੱਗ ਦੇ ਵਿੱਚ। ਉਹਨਾਂ ਦੀ ਧਰਮ ਪਤਨੀ ਮਾਤਾ ਸੀਤਾ, ਜਿਹਨੂੰ ਸਾਧ ਸੰਗਤ ਜੀ ਬੜੀ ਚਲਾਕੀ ਦੇ ਨਾਲ, ਬੜੀ ਚਤੁਰਾਈ ਦੇ ਨਾਲ ਸਾਧ ਸੰਗਤ ਸੀਤਾ ਦਾ ਅਪਹਰਣ ਕੀਤਾ। ਇਹ 5 ਗੁਣ ਰਾਵਣ ਦੇ ਵਿੱਚ ਸਨ। ਪਰ ਮਹਾਰਾਜ ਕਹਿੰਦੇ ਮਿਰਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਮਹਾਰਾਜ ਕਹਿੰਦੇ ਉਹਦੇ ਅੰਦਰ ਪ੍ਰਮਾਤਮਾ ਦੇ ਪ੍ਰਤੀ ਪ੍ਰੀਤੀ ਨਹੀਂ ਸੀ, ਪਿਆਰ ਨਹੀਂ ਸੀ। ਮਹਾਰਾਜ ਕਹਿੰਦੇ ਜਿਹਦੇ ਅੰਦਰ ਬੰਦੇ ਦੇ ਅੰਦਰ ਪ੍ਰਮਾਤਮਾ ਦੇ ਪ੍ਰਤੀ ਪਿਆਰ ਨਾ ਹੋਵੇ, ਪ੍ਰੇਮ ਨਾ ਹੋਵੇ, ਮਹਾਰਾਜ ਕਹਿੰਦੇ ਉਹ ਤਾਂ ਜਿਉਂਦਾ ਜੀਵ ਹੀ ਮਰਿਆਂ ਦੇ ਸਮਾਨ ਹੈ। ਆਖਾ ਜੀਵਾਂ ਵਿਸਰੈ ਮਰ ਜਾਓ। ਮਹਾਰਾਜ ਕਹਿੰਦੇ ਜੇ ਅਸੀਂ ਪਰਮਾਤਮਾ ਦੇ ਨਾਮ ਨੂੰ ਆਖਦੇ ਹਾਂ ਤਾਂ ਸਾਡਾ ਜੀਵਨ ਹੈ। ਜੇ ਪਰਮੇਸ਼ਰ ਦਾ ਨਾਮ ਭੁੱਲਦਾ ਆ ਤੇ ਅਸੀਂ ਮਰ ਜਾਂਦੇ ਆ। ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਅਸੀਂ ਆਪਣੇ ਆਪ ਨੂੰ ਜਾਣਨਾ ਆ ਵੀ ਜੇ ਅਸੀਂ ਪਰਮਾਤਮਾ ਦਾ ਨਾਮ ਜਪ ਰਹੇ ਆ, ਉਹਦੀ ਯਾਦ ਸਾਡੇ ਦਿਲ ਦੇ ਅੰਦਰ ਵਸੀ ਹੋਈ ਹੈ, ਤਾਂ ਸਾਧ ਸੰਗਤ ਜੀ ਇਹ ਸਮਝੋ ਕਿ ਸਾਡਾ ਜੀਵਨ ਹੈ। ਜੇ ਸਾਨੂੰ ਉਹਦੀ ਯਾਦ ਭੁੱਲੀ ਹੋਈ ਹੈ, ਵਿਸਰੀ ਹੋਈ ਹੈ, ਤੇ ਅਸੀਂ ਦੁਨੀਆ ਦੇ ਵਿੱਚ ਇੱਕ ਤੁਰੀ ਫਿਰਦੀ ਇੱਕ ਲਾਸ਼ ਦੀ ਨਿਆਈ ਆ। ਇਹ ਨਾ ਸਮਝੋ ਕਿ ਅਸੀਂ ਜੀ ਰਹੇ ਆ, ਇੱਕ ਤੁਰੇ ਫਿਰਦੇ ਅਸੀਂ ਸਾਧ ਸੰਗਤ ਜੀ ਮਰੇ ਪਏ ਆ, ਕਿਉਂਕਿ ਸਾਡਾ ਅੰਦਰੋਂ ਮਰਿਆ ਪਿਆ, ਜ਼ਮੀਰ ਮਰੀ ਪਈ ਹੈ। ਸੋ ਮਹਾਰਾਜ ਸਮਝਾਉਂਦੇ, ਉਪਦੇਸ਼ ਦਿੰਦੇ ਨੇ ਇੱਥੇ, ਭਾਈ ਬੇਨਤੀਆਂ ਕਰਿਆ ਕਰੋ ਵਾਹਿਗੁਰੂ ਦੇ ਅੱਗੇ, ਕਿਉਂਕਿ ਪਰਮੇਸ਼ਰ ਦਾ ਨਾਮ ਹੀ ਨਾਲ ਸਾਥ ਦੇਣ ਵਾਲਾ ਇੱਥੇ ਵੀ ਤੇ ਅੱਗੇ ਵੀ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਕੱਚੇ ਧਨ ਨੂੰ ਨਹੀਂ ਇਕੱਠਾ ਕਰਨਾ, ਕਿਉਂਕਿ ਕੱਚਾ ਜਿਹੜਾ ਦੁਨਿਆਵੀ ਧਨ ਇੱਥੇ ਰਹਿ ਜਾਣ ਵਾਲਾ, ਪਰਮੇਸ਼ਰ ਦੇ ਨਾਮ ਤੁਹਾਨੂੰ ਇਕੱਠਾ ਕਰਨ ਵਾਲਾ ਕਰਨਾ ਆ। ਵੀ ਇੱਥੇ ਵੀ ਸਾਥ ਦੇਣਾ, ਅੱਗੇ ਵੀ ਪਰਮੇਸ਼ਰ ਦੇ ਨਾਮ ਨੇ ਸਾਥ ਦੇਣਾ। ਸੋ ਇਹੀ ਬੇਨਤੀਆਂ ਕਰਨੀਆਂ। ਐਸਾ ਨਿਧਾਨ ਦੇਹੁ ਮੋਹ ਕੋ ਹਰ ਜਨ ਚੱਲੇ ਹਮਾਰੇ ਸਾਥੇ। ਮਹਾਰਾਜ ਐਸਾ ਨਾਮ ਦਾ ਖਜ਼ਾਨਾ ਸਾਨੂੰ ਦੇ ਦੇਵੋ ਜਿਹੜਾ ਲੋਕ ਪਰਲੋਕ ਦੇ ਵਿੱਚ ਸਾਡੇ ਨਾਲ ਚੱਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਨਿਰਗੁਣ ਯਾਰੇ ਕੋ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ। ਬੇਨਤੀਆਂ ਕਰਨੀਆਂ। ਕੀ ਬੇਨਤੀ ਕਰਨੀ? ਵਾਹਿਗੁਰੂ ਜੀ ਕਿਰਪਾ ਕਰੋ, ਅਸੀਂ ਨਿਰਗੁਣ ਯਾਰੇ ਹਾਂ, ਸਾਡੇ ਅੰਦਰ ਕੋਈ ਗੁਣ ਨਹੀਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ
ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ। ਮਹਾਰਾਜ ਸਾਡਾ ਕੋਈ ਜਪ ਤਪ ਨਹੀਂ, ਕੋਈ ਭਜਨ ਨਹੀਂ, ਬੰਦਗੀ ਨਹੀਂ, ਕੋਈ ਚੰਗੇ ਕਰਮ ਨਹੀਂ। ਮਹਾਰਾਜ ਅਸੀਂ ਨਿਰਗੁਣੇ ਆ ਰਹੇ ਹਾਂ, ਕਿਰਪਾ ਕਰੋ ਕਿ ਗੁਣ ਕੀਜੈ। ਮਹਾਰਾਜ ਸਾਨੂੰ ਗੁਣ ਦੇਣਾ ਕਰੋ, ਗੁਣੀਵਾਨ ਬਣਾ ਦਿਓ। ਕੈਸੇ ਗੁਣ ਦੇਵੋ? ਦੇਵੀ ਸੰਪਦਾ ਵਾਲੇ ਗੁਣ, ਸਤ, ਸੰਤੋਖ, ਦਇਆ, ਖਿਮਾ, ਧੀਰਜ, ਐਸੇ ਗੁਣ ਦਿਓ ਜਿਹਦੇ ਅੰਦਰ ਸਾਧ ਸੰਗਤ ਜੀ ਦਇਆ ਹੋਏਗੀ, ਉਹਦੇ ਅੰਦਰ ਧਰਮ ਵੀ ਹੋਏਗਾ। ਧੌਲ ਧਰਮ ਦਇਆ ਕਾ ਪੂਤ। ਹੁਣ ਜੇ ਦਇਆ ਹੀ ਨਹੀਂ, ਫਿਰ ਧਰਮ ਕਿੱਥੋਂ ਪੈਦਾ ਹੋ ਜਾਏਗਾ? ਨਹੀਂ ਹੋਏਗਾ ਨਾ। ਜਿਹੜਾ ਧਰਮ ਹੈ ਇਹ ਦਇਆ ਦਾ ਪੁੱਤਰ ਹੈ। ਜੇ ਸਾਡੇ ਅੰਦਰ ਦਇਆ ਹੋਏਗੀ, ਭਾਵਨਾ, ਪ੍ਰੇਮ ਹੋਏਗਾ ਤੇ ਤਰਸ ਹੋਏਗਾ ਸਾਡੇ ਅੰਦਰ ਕਿਸੇ ਜੀਵ ਦੇ ਪ੍ਰਤੀ, ਕਿਸੇ ਮਨੁੱਖ ਦੇ ਪ੍ਰਤੀ, ਤੇ ਸਾਡਾ ਉੱਥੇ ਆਟੋਮੈਟਿਕ ਸਾਧ ਸੰਗਤ ਜੀ ਧਰਮ ਪੈਦਾ ਹੋ ਜਾਏਗਾ। ਤੇ ਧਰਮ ਹੀ ਸਾਨੂੰ ਆਪਣੇ ਰਸਤੇ ਤੇ ਸਿਖਾਏਗਾ ਵੀ ਪ੍ਰਮਾਤਮਾ ਦਾ ਨਾਮ ਜਪਣਾ। ਜਦੋਂ ਧਰਮ ਤੇ ਚੱਲਾਂਗੇ ਗੁਰੂ ਦੀ ਖੁਸ਼ੀ ਮਿਲੇਗੀ। ਇਸ ਕਰਕੇ ਇਹ ਬੇਨਤੀਆਂ ਕਰਨੀ, ਐਸੇ ਗੁਣ ਮੰਗਣੇ। ਮਹਾਰਾਜ ਕਿਰਪਾ ਕਰੋ, ਸਤ ਦਿਓ, ਸੰਤੋਖ ਦਿਓ, ਜਤ ਸਤ ਦੇਵੋ, ਧਰਮ ਦੇਵੋ, ਦਇਆ ਦੇਵੋ, ਐਸੇ ਗੁਣ ਦਿਓ, ਐਸਾ ਗੁਣੀਵਾਨ ਬਣਾ ਦੇਵੋ। ਤੇ ਮਹਾਰਾਜ ਐਸੀ ਕਿਰਪਾ ਦਿਓ, ਇਹਨਾਂ ਗੁਣਾਂ ਦੇ ਨਾਲ ਹਰ ਨਾਮ ਮੇਰਾ ਮਨ ਜਾਪੇ, ਜਿਸ ਕਰਕੇ ਮੇਰਾ ਜਿਹੜਾ ਮਨ ਹੈ ਮਹਾਰਾਜ ਤੁਹਾਡੇ ਨਾਮ ਨੂੰ ਜਪਣ ਲੱਗ ਪਵੇ। ਐਸਾ ਗੁਣ ਦੇ ਦੇਵੋ, ਆਟੋਮੈਟਿਕ ਮੇਰਾ ਮਨ ਜਿਹੜਾ ਨਾ ਤੁਹਾਡੇ ਨਾਮ ਨੂੰ ਜਪੇ, ਤੁਹਾਡੇ ਨਾਮ ਨੂੰ ਜਪਦਾ ਰਹੇ। ਤੇ ਐਸੀ ਕਿਰਪਾ ਕਰ ਦਵੋ। ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਧਰਾਪੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਬਦ ਦੀ ਅਖੀਰਲੀ ਪੰਕਤੀ ਦੇ ਅੰਦਰ ਸਮਾਪਤੀ ਕਰਦੇ ਹੋਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ, ਸੰਤ ਪ੍ਰਸਾਦ ਨਾਨਕ ਹਰ ਭੇਟੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਇਹ ਦੁਨੀਆ ਦੇ ਲੋਕੋ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਤ ਸਰੂਪ, ਜਿਨ੍ਹਾਂ ਦੇ ਸ਼ਰਨ ਦੇ ਵਿੱਚ ਰਹਿ ਕਰਕੇ ਅਸੀਂ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲ ਗਏ ਹਾਂ। ਤੇ ਤੁਸੀਂ ਵੀ ਗੁਰੂ ਦੀ ਸ਼ਰਨ ਵਿੱਚ ਆਵੋ, ਤੁਸੀਂ ਵੀ ਪਰਮੇਸ਼ਰ ਦਾ ਨਾਮ ਜਪਣ ਵਾਲਿਆਂ ਦੇ ਉਹਨਾਂ ਦੀ ਸ਼ਰਨ ਵਿੱਚ, ਸੰਗਤ ਵਿੱਚ ਆ ਜਾਓ, ਤੇ ਤੁਹਾਨੂੰ ਵੀ ਉਹ ਪਰਮਾਤਮਾ ਮਿਲ ਜਾਵੇਗਾ, ਸੋਝੀ ਪ੍ਰਾਪਤ ਹੋ ਜਾਵੇਗੀ। ਕਿਉਂਕਿ ਸਾਧ ਸੰਗਤ ਜੀ ਇੱਕ ਗੁਰੂ ਦੀ ਸ਼ਰਨ ਹੈ, ਗੁਰੂ ਦੀ ਸਾਧ ਸੰਗਤ ਹੈ, ਜਿਸ ਦੇ ਵਿੱਚ ਆ ਕਰਕੇ ਸਾਡਾ ਸੁੱਤਾ ਹੋਇਆ ਮਨ ਉਹ ਜਾਗਦਾ ਆ। ਸਾਧ ਸੰਗਤ ਪਾਈ ਵੱਡ ਭਾਗੀ, ਮਨ ਚਲ ਤੋ ਭਇਓ ਅਰੂੜਾ। ਮਹਾਰਾਜ ਕਹਿੰਦੇ ਜਿਹੜਾ ਮਨ ਸਾਡਾ ਚਲਾਏਮਾਨ ਸੀ, ਮਨ ਟਿਕਦਾ ਨਹੀਂ ਸੀ। ਅਸੀਂ ਕਹਿੰਦੇ ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ, ਨਾ ਸੇਵਾ ਕਰਨ ਦੇ ਵਿੱਚ ਟਿਕਦਾ, ਨਾ ਬਾਣੀ ਪੜਨ ਦੇ ਵਿੱਚ ਟਿਕਦਾ ਆ, ਨਾ ਕਿਸੇ ਪਾਸੇ ਟਿਕਦਾ, ਨਾ ਮਨ ਦਾ ਟਿਕਾਓ ਪ੍ਰਾਪਤ ਹੁੰਦਾ ਹੈ, ਸ਼ਾਂਤੀ ਨਹੀਂ ਮਿਲਦੀ, ਆਨੰਦ ਨਹੀਂ ਪ੍ਰਾਪਤ ਹੁੰਦਾ, ਸਕੂਨ ਨਹੀਂ ਮਿਲਦਾ। ਕਾਰਨ ਕੀ ਹੈ? ਸੰਗਤ ਤੋਂ ਭੱਜਦੇ ਆ। ਮਹਾਰਾਜ ਕਹਿੰਦੇ ਸੰਗਤ ਵਿੱਚ ਜੁੜੋ, ਸੰਗਤ ਕਰੋ, ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਗੁਰੂ ਦੇ ਦਰ ਤੇ ਆਵੋ, ਸੋਝੀ ਪ੍ਰਾਪਤ ਹੋਏਗੀ, ਆਟੋਮੈਟਿਕ ਤੁਹਾਡਾ ਮਨ ਟਿਕਣ ਲੱਗ ਜਾਏਗਾ। ਜਦੋਂ ਅਸੀਂ ਸੰਗਤ ਕਰਾਂਗੇ, ਬਾਰ-ਬਾਰ ਰੰਗ ਚੜੇਗਾ। ਰੰਗ ਲਾਗਤ 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 ਹੈ, ਇਹ ਕਿਤੇ ਇੱਕਦਮ 'ਚ ਥੋੜਾ ਰੰਗ ਲੱਗ ਜਾਂਦਾ ਹੁੰਦਾ ਹੈ। ਇਹਦਾ ਹੌਲੀ 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 ਜਦੋਂ ਰਸਤੇ ਤੇ ਤੁਰਾਂਗੇ, ਤੁਰਦਿਆਂ ਮੰਜ਼ਿਲ ਤੇ ਪਹੁੰਚ ਜਾਵਾਂਗੇ। ਇਸੇ ਤਰ੍ਹਾਂ ਹੀ ਹੁੰਦਾ ਨਾ। ਹੁਣ ਕਿਤੇ ਵੀ ਜਾਣਾ ਹੋਵੇ ਤੇ ਤੁਰਨਾ ਪੈਂਦਾ ਆ। ਜੇ ਉਦਮ ਨਹੀਂ ਕਰਾਂਗੇ, ਤੁਰਾਂਗੇ ਨਹੀਂ, ਤੇ ਸਾਧ ਸੰਗਤ ਜੀ ਮੰਜ਼ਿਲ ਤੇ ਫੇਰ ਨਹੀਂ ਪਹੁੰਚ ਸਕਦੇ। ਕਦਾਚਿਤ ਵੀ ਇਹ ਨਾ ਸੋਚਿਓ ਵੀ ਕੁਝ ਕੀਤੇ ਤੋਂ ਬਿਨਾਂ ਹੀ ਅਸੀਂ ਮੰਜ਼ਿਲ ਤੇ ਪਹੁੰਚ ਜਾਵਾਂਗੇ, ਜਾਂ ਬੈਠਿਆਂ ਜਾਂ ਸੁੱਤੇ ਪਿਆਂ ਸਾਨੂੰ ਮੰਜ਼ਿਲ ਦੀ ਪ੍ਰਾਪਤੀ ਹੋ ਜਾਏਗੀ। ਇਹ ਤਾਂ ਔਖੀ ਘਾਟੀ ਹੈ। ਸਿੱਖੀ ਕਮਾਉਣੀ ਕਿਤੇ ਸੌਖੀ ਨਹੀਂ। ਗੁਰੂ ਦੀ ਕਿਰਪਾ ਹੋਵੇ, ਸਾਧ ਸੰਗਤ ਵਿੱਚ ਆਵਾਂਗੇ, ਹੌਲੀ ਹੌਲੀ ਗੁਰੂ ਦੀ ਕਿਰਪਾ ਹੋਏਗੀ, ਬਖਸ਼ਿਸ਼ ਹੋਏਗੀ, ਰੰਗ ਚੜੇਗਾ। ਗੁਰੂ ਮਹਾਰਾਜ ਸਾਡੀ ਪ੍ਰੀਖਿਆ ਵੀ ਲੈਣਗੇ, ਕਸਵੱਟੀ ਤੇ ਚਲਾਉਣਗੇ। ਹੁਣ ਭਾਈ ਮੰਝ ਜੀ ਕਿੰਨੇ ਕਸਵੱਟੀ ਦੇ ਉੱਪਰ ਚੱਲੇ। ਹੋਰ ਬੇਅੰਤ ਗੁਰੂ ਕੇ ਸਿੱਖ ਜਿਨ੍ਹਾਂ ਨੇ ਸਾਧ ਸੰਗਤ ਜੀ ਅਨੇਕਾਂ ਕਸਵੱਟੀਆਂ ਝੱਲੀਆਂ, ਤੇ ਉਹਨਾਂ ਕਸਵੱਟੀਆਂ ਨੂੰ ਝੱਲਦਿਆਂ ਤੁਰਦਿਆਂ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਉਹ ਰੱਬ ਦਾ ਰੂਪ ਬਣ ਗਏ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਅਸੀਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਸੰਤ ਸਰੂਪ ਨੇ, ਉਹਨਾਂ ਦੀ ਸ਼ਰਨ ਵਿੱਚ ਰਹਿ ਕੇ
ਉਹਨਾਂ ਦੇ ਦੱਸੇ ਉਪਦੇਸ਼ਾਂ ਤੇ ਚੱਲ ਕਰਕੇ, ਉਹਨਾਂ ਦੀ ਸ਼ਰਨ ਵਿੱਚ ਰਹਿ ਕੇ, ਉਹਨਾਂ ਦੀ ਸੰਗਤ ਕਰਕੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਗੁਰੂ ਦੇ ਨਾਲ ਮਿਲਾਪ ਬਣ ਗਿਆ। ਜਦੋਂ ਗੁਰੂ ਦੇ ਨਾਲ ਮਿਲਾਪ ਬਣ ਗਿਆ, ਫਿਰ ਹੋਇਆ ਕਿ ਮਨ ਤਨ ਸੀਤਲ ਧਰਾਪੇ। ਮਨ ਅਤੇ ਤਨ, ਸੀਤਲ ਕਹਿੰਦੇ ਨੇ ਠੰਡਾ ਠਾਰ ਹੋ ਗਿਆ। ਧਰਾਪੇ ਦਾ ਅਰਥ ਹੈ ਰੱਜ ਜਾਣਾ। ਮਨ ਜਿਹੜਾ ਆ ਵਿਕਾਰਾਂ ਵੱਲੋਂ, ਪਦਾਰਥਾਂ ਦੀ ਤ੍ਰਿਸ਼ਨਾ ਵੱਲੋਂ ਮਹਾਰਾਜ ਇਹ ਮਨ ਰੱਜ ਗਿਆ। ਹੁਣ ਅਸੀਂ ਰੱਜ ਗਏ ਆ। ਰਜੇ ਹੋਏ ਬੰਦੇ ਦਾ ਨਾਮ ਹੀ ਰਾਜਾ ਆ। ਜਿਹੜਾ ਬੰਦਾ ਰਜਿਆ ਹੀ ਨਹੀਂ, ਉਹ ਕਿਵੇਂ ਰਾਜਾ ਬਣ ਸਕਦਾ ਆ? ਇਸ ਕਰਕੇ ਭਾਵੇਂ ਬੰਦਾ ਕੁੱਲੀ ਦੇ ਵਿੱਚ ਰਹਿੰਦਾ ਹੋਵੇ, ਭਾਵੇਂ ਟੁੱਟੇ ਫੁੱਟੇ ਘਰ ਵਿੱਚ ਰਹਿੰਦਾ ਹੋਵੇ, ਕਿਤੇ ਵੀ ਰਹਿੰਦਾ, ਪੱਲੇ ਕੱਖ ਨਾ ਹੋਵੇ, ਜੇ ਉਹਦਾ ਅੰਦਰਲਾ ਰੱਜਿਆ ਹੋਇਆ ਨਾ ਸਾਧ ਸੰਗਤ ਜੀ, ਉਹ ਸਾਰੀ ਦੁਨੀਆ ਦਾ ਰਾਜਾ ਆ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ। ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਹਿੰਦੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਦ੍ਰਿੜ ਹੋ ਗਿਆ, ਪੱਕਾ ਹੋ ਗਿਆ, ਉਹ ਸਾਰੀ ਸ੍ਰਿਸ਼ਟੀ ਦਾ ਹੀ ਰਾਜਾ ਬਣ ਗਿਆ। ਉਹਦੇ ਮਨ ਅਤੇ ਤਨ ਨੂੰ ਠੰਡ ਪ੍ਰਾਪਤ ਹੋ ਗਈ, ਉਹਦਾ ਮਨ ਰੱਜਿਆ ਗਿਆ। ਤੇ ਇਸ ਕਰਕੇ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਇਸ ਸ਼ਬਦ ਦੇ ਅੰਦਰ ਇਹੀ ਉਪਦੇਸ਼, ਇਹੀ ਸਿੱਖਿਆ ਦਿੱਤੀ ਹੈ, ਭਾਈ ਸੰਗਤ ਕਰੋ, ਨਾਮ ਜਪਣ ਵਾਲਿਆਂ ਦੀ ਸੰਗਤ ਕਰੋ, ਗੁਰੂ ਦੀ ਸੰਗਤ ਕਰੋ ਤੇ ਬੇਨਤੀਆਂ ਕਰੋ, ਬਾਰ-ਬਾਰ ਬੇਨਤੀਆਂ ਕਰੋ। ਮਹਾਰਾਜ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ, ਸਤਰ ਅਨੇਕ ਚਲਾਵਤ ਘਾਵ ਤਉ ਤਨੇਕ ਨਾ ਲਾਗਨ ਪਾਵੈ, ਰਾਖਤ ਹੈ ਆਪਣੋ ਕਰਦੈ ਕਰ ਪਾਪ ਸਬੂਹ ਨਾ ਭੇਟਨ ਪਾਵੈ, ਔਰ ਕੀ ਬਾਤ ਕਹਾ ਕਹਿ ਤੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ, ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਮਹਾਰਾਜ ਤੁਸੀਂ ਤਾਂ ਮਾਂ ਦੇ ਪੇਟ ਵਿੱਚ ਆਪਣਾ ਨਾਮ ਦਾ ਸਿਮਰਨ ਦੇ ਕਰਕੇ ਉੱਥੇ ਰੱਖਿਆ ਕੀਤੀ। ਇਹ ਦੁਨੀਆ ਦੀ ਤਾਂ ਗੱਲ ਹੀ ਕੀ ਹੈ। ਜੇ ਮਹਾਰਾਜ ਤੁਸੀਂ ਮਾਂ ਦੀ ਜਠਰਾ ਅਗਨੀ ਦੇ ਵਿੱਚ ਰੱਖ ਸਕਦੇ ਹੋ, ਤਾਂ ਮਹਾਰਾਜ ਤੁਸੀਂ ਸੰਸਾਰ ਦੇ ਜਿਹੜੇ ਪਦਾਰਥ ਨੇ, ਜਾਂ ਸੰਸਾਰ ਦੀ ਮੋਹ ਮਾਇਆ ਹੈ, ਜਾਂ ਸੰਸਾਰ ਦੀ ਜਿਹੜੀ ਪਦਾਰਥਾਂ ਦੀ ਅਗਨੀ ਹੈ, ਇਹਨਾਂ ਤੋਂ ਵੀ ਰੱਖ ਲਓ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿਤੈ ਲੇਹੋ ਬਾਰ। ਇਹ ਬੇਨਤੀਆਂ ਕਰਾਂਗੇ, ਫਿਰ ਗੁਰੂ ਮਹਾਰਾਜ ਸਾਨੂੰ ਸੰਸਾਰ ਸਮੁੰਦਰ ਤੋਂ ਤਾਰ ਦੇਣਗੇ। ਇਹ ਉਪਦੇਸ਼ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸਾਰਿਆਂ ਨੂੰ ਸੰਸਾਰ ਤੋਂ ਤਰਨ ਦਾ ਅਤੇ ਸੰਸਾਰ ਤੋਂ ਉਧਾਰ ਹੋ ਜਾਣ ਦਾ ਇਹ ਉਪਦੇਸ਼ ਢੰਗ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸੁਣਿਆ ਹੋਇਆ ਉਪਦੇਸ਼ ਸਾਡੇ ਮਨਾਂ ਦੇ ਅੰਦਰ ਨਿਵਾਸ ਕਰ ਜਾਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਈਏ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਨੇ ਅਸੀਸ ਦੇਣੀ, ਦੇਹੋ ਸੱਜਣ ਅਸੀਸ ਸੜੀਆ, ਜੋ ਹੋਵੇ ਸਾਹਿਬ ਸਿਓ ਮੇਲ। ਸੋ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਨਿਰਗੁਣਿਆਰੇ ਕੋ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ, ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਧਰਾਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰੀਏ